ਅਸੀਂ ਸੋਚ ਰਹੇ ਸੀ ਜਦੋਂ ਇਹ ਜਨਵਰੀ ਦੇ ਵਿੱਚ ਗੱਲਾਂ ਬਾਤਾਂ ਸ਼ੁਰੂ ਹੋਈਆਂ ਉਸ ਟਾਈਮ ਐਂ ਲੱਗਿਆ ਵੀ ਥੋੜੇ ਜਿਹੇ ਦਿਨ ਹੋਣਗੇ ਦੈਟਸ ਇਟ ਗੱਲ ਖਤਮ ਹੋ ਜਾਏਗੀ। ਪਹਿਲਾਂ ਆਏ ਸੀ ਵੀ ਇਹ ਇੱਕ ਵਾਰੀ ਪੀਕ ਤੇ ਚਲਾ ਗਿਆ, ਹੌਲੀ ਹੌਲੀ ਨੀਚੇ ਆਏਗਾ, ਲੇਕਿਨ ਹਰ ਰੋਜ਼ ਦੇ ਜਿਹੜੇ ਕੇਸਿਸ ਨੇ, ਐਵਰੀ ਡੇ ਦੇ ਜਿਹੜੇ ਕੇਸਿਸ ਨੇ ਉਹ 2 ਲੱਖ ਤੋਂ ਉੱਪਰ ਹੋ ਗਏ। ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਘਬਰਾ ਰਿਹਾ ਇਸ ਵੇਲੇ। ਬਿਲਕੁਲ ਸਹੀ ਹੈ, 2 ਲੱਖ ਤੋਂ ਉੱਪਰ ਕੇਸਿਸ ਇੱਕ ਦਿਨ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਹੋ ਜਾਣੇ, ਇਹ ਸੱਚੀ-ਮੁੱਚੀ ਅਲਾਰਮਿੰਗ ਹੈ। ਜੇ ਅਸੀਂ ਯੂਐਸ ਦੀ ਗੱਲ ਕਰਦੇ ਨਾ, ਹੁਣੇ ਕੁਝ ਮਿੰਟ ਪਹਿਲਾਂ ਯੂਐਸ ਜਿਹੜਾ 30 ਲੱਖ ਦੇ ਤੋਂ ਉੱਪਰ ਟੱਪ ਗਿਆ, 3 ਮਿਲੀਅਨ ਕੇਸਿਸ। ਮਿਸਟਰ ਡੋਨਲਡ ਟਰੰਪ ਜਿਹੜੇ ਆ, ਮੰਨਿਆ ਕਿ ਪਿੱਛੇ 4th ਆਫ ਜੁਲਾਈ ਸੀ, ਲੇਕਿਨ ਜਿਹੜੀਆਂ ਸਟੇਟਮੈਂਟਸ ਉਹਨਾਂ ਨੇ ਆਪਣੇ ਸਾਰੇ ਲੋਕਾਂ ਸਾਹਮਣੇ ਜੋ ਉਹਨਾਂ ਨੇ ਐਗਜ਼ਾਮਪਲਸ ਦਿੱਤੀਆਂ ਨੇ, ਜੋ ਸਟੇਟਮੈਂਟਸ ਦਿੱਤੀਆਂ ਨੇ, ਉਹਦੇ ਨਾਲ ਆਏ ਸੱਚੀ-ਮੁੱਚੀ ਸੋਚਣਾ ਪੈਂਦਾ ਵੀ ਸੱਚੀ-ਮੁੱਚੀ ਅਸੀਂ ਇਹੀ ਪ੍ਰੈਜ਼ੀਡੈਂਟ ਨੂੰ ਚੂਜ਼ ਕੀਤਾ ਸੀ। ਸਾਰੀ ਦੁਨੀਆ WHO ਸਾਰੀ ਦੁਨੀਆ ਜਿਹੜੀ ਹੈ ਉਹ ਇਸ ਟਾਈਮ ਠੱਪ ਪਈ ਹੈ। ਉਹ ਕਹਿੰਦੇ ਕਰੋਨਾ ਵਾਇਰਸ ਚੀਜ਼ ਕੋਈ ਨਹੀਂ ਹੈ, 99% ਲੋਕਾਂ ਵਾਸਤੇ ਤਾਂ ਇਹ ਹਾਰਮਲੈਸ ਹੈ। ਨੰਬਰ 2, ਟਰੰਪ ਦੀ ਜਿਹੜੀ, ਜਦੋਂ ਆਪਾਂ ਸ਼ੁਰੂ ਤੋਂ ਹਿਸਟਰੀ ਵੇਖਦੇ ਆ ਨਾ, ਟਰੰਪ ਦੀ ਇਹ ਆਦਤ ਹੈ, ਉਹਨੂੰ ਕਦੇ ਅੱਜ ਤੱਕ ਕੋਈ ਇਹੋ ਜਿਹਾ ਬੰਦਾ ਮਿਲਿਆ ਨਹੀਂ ਹੈ ਜਿਹੜਾ ਉਹਨੂੰ ਕਵੇ ਵੀ ਤੂੰ ਗਲਤ ਹੈ। ਹੁਣ ਵੀ ਗੱਲ ਉਹੀ ਹੈ, ਕੌਣ ਕਹੇ ਰਾਣੀਆਂ ਵਾਲੀ, ਵੀ ਉਹਨੂੰ ਲੋਕ ਕਹਿ ਕੇ ਵੀ ਥੱਕ ਗਏ। ਲੋਕ ਜਿਹੜੇ ਨੇਗੇ ਮਿਸਟਰ ਫਾਸੀ ਸਾਰੇ ਉਹਨਾਂ ਵਰਗੇ ਵੀ ਉਹ ਪਿੱਛੇ ਹੋ ਗਏ। ਉਹ ਕਹਿੰਦੇ ਜੀ ਅਸੀਂ ਤੁਹਾਡੀ ਇਹ ਸਟੇਟਮੈਂਟ ਦੇ ਨਾਲ ਨਹੀਂ ਹੈਗੇ, ਲੇਕਿਨ ਫਿਰ ਵੀ ਹੀ ਇਜ਼ ਨਾਟ ਲਿਸਨਿੰਗ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਵੇਖਦੇ ਵੀਅਰਸ ਦਾ ਸਵਾਗਤ ਹੈ ਅੱਜ ਦੇ ਮਾਰਨਿੰਗ ਸ਼ੋਅ ਦੇ ਵਿੱਚ। ਮੈਂ ਹਾਂ ਤੁਹਾਡੀ ਆਪਣੀ ਸੁਖੀ। ਹੈਪੀ ਮੰਡੇ ਟੂ ਐਵਰੀਵਨ। ਉਮੀਦ ਕਰਦੇ ਹਾਂ ਯੂ ਆਲ ਹੈਡ ਏ ਵੰਡਰਫੁਲ ਵੀਕਐਂਡ। ਅੱਜ ਦਾ ਸ਼ੋਅ ਲਾਈਵ ਤੁਹਾਡੇ ਵਾਸਤੇ ਸਾਡੇ ਸਿਰੀ ਸਟੂਡੀਓ ਦੇ ਵਿੱਚ ਅਸੀਂ ਬ੍ਰਾਡਕਾਸਟ ਕਰਦੇ ਹਾਂ। ਇੱਕ ਵਾਰੀ ਤੁਹਾਨੂੰ ਫਿਰ ਯਾਦ ਕਰਾ ਦਈਏ, ਅੱਜ ਦਾ ਸ਼ੋਅ ਪੰਜਾਬੀ ਦੇ ਵਿੱਚ ਵੀ ਹੋਵੇਗਾ ਤੇ ਇੰਗਲਿਸ਼ ਦੇ ਵਿੱਚ ਹੋਵੇਗਾ, ਕਰਕੇ ਅਸੀਂ ਕੈਨੇਡੀਅਨ ਬੇਸਡ ਇੱਕ ਸਟੂਡੀਓ, ਇੱਕ ਟੈਲੀਵਿਜ਼ਨ ਪਲੇਟਫਾਰਮ ਆ, ਤੇ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਸਾਡੇ ਇੱਧਰਲੇ ਯੂਥ ਆ ਉਹ ਵੀ ਸਾਡੇ ਨਾਲ ਜੁੜਨ। ਸੋ ਸਭ ਤੋਂ ਪਹਿਲਾਂ ਆਓ ਆਪਾਂ ਰਲ ਕੇ ਸਵਾਗਤ ਕਰੀਏ ਮਾਈ ਬਿਊਟੀਫੁਲ ਕੋ-ਹੋਸਟ ਅੰਮ੍ਰਿਤ ਭੱਟੀ। ਅੰਮ੍ਰਿਤ ਜੀ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਸੁਖੀ ਐਂਡ ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਪਹਿਲਾਂ ਦੱਸੋ ਤੁਹਾਡੀ ਵੀਕਐਂਡ ਕਿਵੇਂ ਰਹੀ? Weekend was awesome. Yes. Weekend was awesome. So ਪਹਿਲਾਂ ਇੱਥੇ ਸਾਰਾ ਦਿਨ ਤੁਹਾਨੂੰ ਪਤਾ ਹੈ 5 ਦਿਨ ਜਿਹੜੇ ਆ ਉਹ ਨਿਊਜ਼ ਦੇ ਵਿੱਚ ਨਿਕਲ ਜਾਂਦੇ ਨੇ, ਫਿਰ 2 ਦਿਨ ਘਰ ਦੀਆਂ ਨਿਊਜ਼ ਬਣਾਉਣ ਦੇ ਵਿੱਚ ਨਿਕਲ ਜਾਂਦੇ ਨੇ। ਉਹਦੇ ਪਿੱਛੇ ਵੀ ਬਹੁਤ ਵਧੀਆ ਸਟੋਰੀਜ਼ ਹੁੰਦੀਆਂ, ਮੈਨੂੰ ਪਤਾ ਆ। ਬਿਲਕੁਲ ਪਰ ਮੈਮਰੀਜ਼ ਜਿਹੜੀਆਂ ਬਣਾਉਣੀਆਂ ਸਭ ਤੋਂ ਵਧੀਆ ਚੀਜ਼ ਹੈ ਮੇਰੇ ਖਿਆਲ ਦੇ ਵਿੱਚ। ਪਰ ਇੱਕ ਆਦਤ ਆ ਕਿ ਆਪਾਂ ਜਦੋਂ ਸਵੇਰ ਨੂੰ ਆਪਾਂ ਉੱਠਦੇ ਹਾਂ, ਆਪਾਂ ਜਿਹੜੇ ਆਪਣੇ ਦਰਸ਼ਕਾਂ ਨੂੰ ਨਿਊਜ਼ ਦੀ ਅਪਡੇਟ ਦੇਣੀ ਹੁੰਦੀ ਆ, ਤੇ ਮੈਂ ਵੀਕਐਂਡ ਤੇ ਵੀ ਹੈ ਨਾ, ਮੈਂ ਜਦੋਂ ਆਪਣਾ ਚਾਹ ਦਾ ਕੱਪ ਫੜਦੀ ਹਾਂ ਨਾ, ਉਦੋਂ ਵੀ ਮੈਨੂੰ ਆਦਤ ਆ ਹੁਣ ਭੁੱਸ ਪੈ ਗਿਆ, ਜਦੋਂ ਮੈਂ ਨਿਊਜ਼ ਤੋਂ ਨਾ ਦੂਰ ਰਹਿੰਦੀ ਹੁੰਦੀ ਸੀਗੀ, ਪਰ ਹੁਣ ਵੀ ਮੈਨੂੰ ਆਈ ਵੰਡਰ ਵਾਟਸ ਹੈਪਨਿੰਗ in the world, what's new and exciting, and ਜੇ ਆਪਾਂ 2 ਦਿਨ ਨਾ ਨਿਊਜ਼ ਪੜ੍ਹੀਏ ਜਾਂ ਦੇਖੀਏ ਨਾ, ਇੱਦਾਂ ਲੱਗਦਾ ਵੀ ਪਤਾ ਨਹੀਂ we are missing so much ਕਿ what's going on in the world। ਸੁਖੀ, ਬਹੁਤ ਜ਼ਿਆਦਾ ਇੰਪੋਰਟੈਂਟ ਹੈ ਨਿਊਜ਼ ਪੜ੍ਹਨਾ। ਉਹ ਕਹਿੰਦੇ ਜਿੰਨੀ ਵੀ ਸਾਰੀ ਜਿਹੜੀ ਦੁਨੀਆ ਨਾ, ਦੁਨੀਆ ਤੁਸੀਂ ਇਹ ਦੇਖੋ ਵੀ ਆਈ ਤਾਂ ਨਹੀਂ ਵੀ ਸਾਰੀ ਦੁਨੀਆ ਇਕੱਠੀ ਸੌਂ ਜਾਂਦੀ ਹੈ, ਟਾਈਮ ਡਿਫਰੈਂਸ ਹੈ। ਜਦੋਂ 2/3 ਦੁਨੀਆ ਜਿਹੜੀ ਹੈ ਉਹ ਜਾਗਦੀ ਹੈ, 1/3 ਸੌਂਦੀ ਹੈ, ਠੀਕ ਹੈ। 1/3 ਸੁੱਤੀ ਹੋਈ ਹੈ, ਜੇ ਅਸੀਂ ਸੁੱਤੇ ਹੋਏ ਹਾਂ, ਬਟ 2/3 ਤਾਂ ਜਾਗ ਰਹੀ ਹੈ ਨਾ। 2/3 ਕੁਛ ਨਾ ਕੁਛ ਨਵਾਂ ਕਰ ਰਹੀ ਹੈ। ਇਹ ਤੁਸੀਂ ਸੋਚੋ ਆਪਣੇ ਸੁੱਤੇ ਪਿਆ ਤੋਂ ਕੀ ਹੁੰਦਾ ਦੁਨੀਆ ਦੇ ਵਿੱਚ, ਕੁਛ ਹੋ ਜਾਂਦਾ, ਔਰ ਜਿਹੜਾ ਕੁਛ ਹੋ ਜਾਂਦਾ ਨਾ ਉਹਦੇ ਤੱਕ ਪਹੁੰਚਣ ਨੂੰ ਤਾਂ ਕਿ ਆਪਾਂ ਉੱਥੋਂ ਸ਼ੁਰੂ ਕਰੀਏ, ਫਿਰ ਆਪਾਂ ਨੂੰ ਨਿਊਜ਼ ਪੜ੍ਹਨੀਆਂ ਪੈਂਦੀਆਂ ਨੇ। ਜੀ ਬਿਲਕੁਲ। ਸੋ ਇਹ ਆਈ ਥਿੰਕ ਆਪਾਂ ਨੂੰ ਵੀ ਇਹਦੇ ਵਿੱਚ ਬਹੁਤ ਕੰਫਰਟ ਮਿਲਦਾ ਆ, ਵਧੀਆ ਲੱਗਦਾ ਨਿਊਜ਼ ਜਦੋਂ ਪੜ੍ਹਦੇ, ਖਾਸ ਕਰਕੇ ਜਿੰਨੇ ਵੀ ਅੱਜ ਸਾਨੂੰ ਜੁੜੇ ਦਰਸ਼ਕ ਇਹਨਾਂ ਨੂੰ ਅਸੀਂ ਅਪਡੇਟ ਕਰੀਏ। ਸੋ ਸਭ ਤੋਂ ਪਹਿਲਾਂ ਆਈ ਥਿੰਕ ਹੁਣ ਆਪਣੇ ਇਹ ਮੰਡੇ ਰੈਗੂਲਰਲੀ ਬਣ ਗਿਆ ਕੰਮ ਕਿ ਆਪਾਂ ਵੀ ਜਿਹੜੇ ਸਾਡੇ ਵੀਕਐਂਡ ਦੇ ਜਿਹੜੇ ਕੇਸ ਆ, ਖਾਸ ਕਰਕੇ ਕਰੋਨਾ ਨੂੰ ਲੈ ਕੇ, COVID-19 ਨੂੰ ਲੈ ਕੇ ਵੀ ਜਿਹੜੀ ਦੁਨੀਆ ਦੀ ਆਪਾਂ ਅਪਡੇਟ ਪੇਸ਼ ਕਰੀਏ। ਸੋ ਅੰਮ੍ਰਿਤ, what do you have? What is the world looking like? ਕੀ ਗੁੱਡ ਨਿਊਜ਼ ਜਾਂ ਬੈਡ ਨਿਊਜ਼ ਜਾਂ ਤੁਸੀਂ ਆਪਣਾ ਸਿਰ ਪਹਿਲਾਂ ਹੀ ਮਾਰ ਦਿੱਤਾ? ਮੈਨੂੰ ਕੁਝ ਚੰਗਾ ਨਹੀਂ ਲੱਗ ਰਿਹਾ। ਸੁਖੀ, ਇਹ ਕਰੋਨਾ ਵਾਇਰਸ ਜਿਹੜਾ ਹੈ ਕਿਤੇ ਜਾਣ ਦਾ ਨਾਮ ਹੀ ਨਹੀਂ ਲੈ ਰਿਹਾ ਹੈਗਾ। ਅਸੀਂ ਸੋਚ ਰਹੇ ਸੀ ਜਦੋਂ ਇਹ ਜਨਵਰੀ ਦੇ ਵਿੱਚ ਗੱਲਾਂ ਬਾਤਾਂ ਸ਼ੁਰੂ ਹੋਈਆਂ, ਉਸ ਟਾਈਮ ਐਂ ਲੱਗਿਆ ਵੀ ਥੋੜੇ ਜਿਹੇ ਦਿਨ ਹੋਣਗੇ ਦੈਟਸ ਇਟ, ਗੱਲ ਖਤਮ ਹੋ ਜਾਏਗੀ। ਬਟ ਕਰੋਨਾ ਵਾਇਰਸ ਇਜ਼ ਨਾਟ ਗੋਇੰਗ ਐਨੀਵੇਅਰ। ਟੋਟਲ ਜਿਹੜੇ ਕੇਸਿਸ ਨੇ ਨਾ 1 ਕਰੋੜ 16 ਲੱਖ ਤੋਂ ਉੱਪਰ ਨੇ ਇਸ ਟਾਈਮ। ਕਿੱਥੇ ਹਜ਼ਾਰਾਂ 'ਚ ਸੀ, ਕਿੱਥੇ ਕਰੋੜ ਤੱਕ ਪਹੁੰਚ ਗਿਆ ਕੰਮ। 5,38,000 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ, ਠੀਕ ਹੈ।
ਔਰ ਸੁਖੀ ਸਭ ਤੋਂ ਵੱਡੀ ਪ੍ਰੋਬਲਮ ਪਤਾ ਕਿੱਥੇ ਹੈ? ਪਹਿਲਾਂ ਆਏ ਸੀ ਵੀ ਇਹ ਇੱਕ ਵਾਰੀ ਪੀਕ ਤੇ ਚਲਾ ਗਿਆ, ਹੌਲੀ ਹੌਲੀ ਨੀਚੇ ਆਏਗਾ, ਲੇਕਿਨ ਹਰ ਰੋਜ਼ ਦੇ ਜਿਹੜੇ ਕੇਸਿਸ ਨੇ, ਐਵਰੀ ਡੇ ਦੇ ਜਿਹੜੇ ਕੇਸਿਸ ਨੇ, ਉਹ 2 ਲੱਖ ਤੋਂ ਉੱਪਰ ਹੋ ਗਏ। ਰਾਈਟ, ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਘਬਰਾ ਰਿਹਾ ਇਸ ਵੇਲੇ। ਬਿਲਕੁਲ ਸਹੀ ਹੈ, 2 ਲੱਖ ਤੋਂ ਉੱਪਰ ਕੇਸਿਸ ਇੱਕ ਦਿਨ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਹੋ ਜਾਣੇ, ਇਹ ਸੱਚੀ-ਮੁੱਚੀ ਅਲਾਰਮਿੰਗ ਹੈ। ਔਰ ਜੇ ਅਸੀਂ ਯੂਐਸ ਦੀ ਗੱਲ ਕਰਦੇ ਨਾ, ਹੁਣੇ ਕੁਝ ਮਿੰਟ ਪਹਿਲਾਂ ਯੂਐਸ ਜਿਹੜਾ 30 ਲੱਖ ਦੇ ਤੋਂ ਉੱਪਰ ਟੱਪ ਗਿਆ। ਵਾਓ, 3 ਮਿਲੀਅਨ ਕੇਸਿਸ। ਵਾਓ, ਹੁਣੇ ਕੁਝ ਮਿੰਟ ਪਹਿਲਾਂ। ਸੋ 30 ਲੱਖ ਜਿਹੜੇ ਲੋਕ ਨੇ ਉੱਥੇ ਇਸ ਟਾਈਮ ਇਨਫੈਕਟਡ ਨੇ, ਔਰ 1,32,600 ਤੋਂ ਉੱਪਰ ਉੱਥੇ ਮੌਤ ਹੋ ਚੁੱਕੀ ਹੈ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਜਿਹੜੇ ਉੱਥੋਂ ਦੇ ਜਿਹੜੇ ਸ਼ਿਪ ਦੇ ਕਮਾਂਡਰ ਨੇ, ਉਹ ਸ਼ਿਪ ਦੇ, ਉਹ ਹਲੇ ਵੀ ਇਸ ਗੱਲ ਨੂੰ ਸੀਰੀਅਸਲੀ ਨਹੀਂ ਲੈ ਰਹੇ। ਮਿਸਟਰ ਡੋਨਲਡ ਟਰੰਪ ਜਿਹੜੇ ਆ, ਮੰਨਿਆ ਕਿ ਪਿੱਛੇ 4th of July ਸੀ, ਲੇਕਿਨ ਜਿਹੜੀਆਂ ਸਟੇਟਮੈਂਟਸ ਉਹਨਾਂ ਨੇ ਆਪਣੇ ਸਾਰੇ ਲੋਕਾਂ ਸਾਹਮਣੇ, ਜੋ ਉਹਨਾਂ ਨੇ ਐਗਜ਼ਾਮਪਲਸ ਦਿੱਤੀਆਂ ਨੇ, ਜੋ ਸਟੇਟਮੈਂਟਸ ਦਿੱਤੀਆਂ ਨੇ, ਉਹਦੇ ਨਾਲ ਆਏ ਸੱਚੀ-ਮੁੱਚੀ ਸੋਚਣਾ ਪੈਂਦਾ ਵੀ ਸੱਚੀ-ਮੁੱਚੀ ਅਸੀਂ ਇਹੀ ਪ੍ਰੈਜ਼ੀਡੈਂਟ ਨੂੰ ਚੂਜ਼ ਕੀਤਾ ਸੀ। ਦੈਟਸ ਕ੍ਰੇਜ਼ੀ ਕਿ ਜਦੋਂ ਸਾਰੀ ਦੁਨੀਆ, WHO, ਸਾਰੀ ਦੁਨੀਆ ਜਿਹੜੀ ਆ ਉਹ ਇਸ ਟਾਈਮ ਠੱਪ ਪਈ ਆ, ਉਹ ਕਹਿੰਦੇ ਕਰੋਨਾ ਵਾਇਰਸ ਚੀਜ਼ ਕੋਈ ਨਹੀਂ ਹੈ। 99% ਲੋਕਾਂ ਵਾਸਤੇ ਤਾਂ ਇਹ ਹਾਰਮਲੈਸ ਹੈ। ਰਾਈਟ, ਜਦਕਿ ਸਾਰੇ ਆਫੀਸ਼ੀਅਲਸ ਕਹਿ ਰਹੇ ਨੇ, ਜੇ ਤੁਸੀਂ ਕੱਲਾ ਅਮਰੀਕਾ ਵੇਖੋ, ਉਹ ਕਹਿੰਦੇ 10% ਤੋਂ ਵੱਧ ਤਾਂ ਤੁਹਾਡੇ ਹਸਪੀਟਲ ਦੇ ਵਿੱਚ ਪਏ ਨੇ ਲੋਕ। ਉਹਨਾਂ ਦੇ ਵਿੱਚੋਂ ਕਿੰਨੇ ਪਰਸੈਂਟ ਜਿਹੜੇ ਨੇ ਤੁਹਾਡੇ ICU ਦੇ ਵਿੱਚ ਪਏ ਨੇ। ਹਲੇ ਤੁਹਾਡਾ ਪ੍ਰੈਜ਼ੀਡੈਂਟ ਜਿਹੜਾ ਹੈਗਾ ਉਹ ਇਹ ਕਹਿ ਰਿਹਾ ਵੀ ਹਾਂਜੀ ਕੋਈ ਖਾਸ ਗੱਲ ਨਹੀਂ ਹੈ। ਇਹਦੇ ਪਿੱਛੇ ਵਜ੍ਹਾ ਕੀ ਹੋਗੀ? ਟਰੰਪ ਕਿਉਂ ਇਹ ਚੀਜ਼ਾਂ ਨੂੰ ਇਗਨੋਰ ਕਰਦਾ ਹੈ? ਅਮਰ, ਜੇ ਆਪਾਂ ਦੇਖੀਏ ਨੰਬਰ ਸਾਫ਼-ਸਾਫ਼ ਦੱਸ ਰਹੇ ਆ, ਹਸਪੀਟਲਸ ਤੁਸੀਂ ਕਹਿੰਦੇ 10% ਤੋਂ ਉੱਤੇ ਉਹ ਨਜ਼ਰ ਆ ਰਿਹਾ ਆ। ਪੀਪਲ ਆਰ ਡਾਈਂਗ, ਪੀਪਲ ਆਰ ਗੈਟਿੰਗ ਇਨਫੈਕਟਡ। ਵਾਟਸ ਗੋਇੰਗ ਔਨ? ਵਾਈ ਇਜ਼ ਹੀ ਇਗਨੋਰਿੰਗ ਇਟ? ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਇਹ ਇਲੈਕਸ਼ਨਸ ਆ ਰਹੀ ਹੈ ਕੁਝ ਮਹੀਨਿਆਂ ਬਾਅਦ, ਨੰਬਰ 1 ਤਾਂ ਇਹ ਹੈਗਾ। ਨੰਬਰ 2, ਟਰੰਪ ਦੀ ਜਿਹੜੀ, ਜਦੋਂ ਆਪਾਂ ਸ਼ੁਰੂ ਤੋਂ ਹਿਸਟਰੀ ਵੇਖਦੇ ਆ ਨਾ, ਟਰੰਪ ਦੀ ਇਹ ਆਦਤ ਹੈ, ਉਹਨੂੰ ਕਦੇ ਅੱਜ ਤੱਕ ਕੋਈ ਇਹੋ ਜਿਹਾ ਬੰਦਾ ਮਿਲਿਆ ਨਹੀਂ ਹੈ ਜਿਹੜਾ ਉਹਨੂੰ ਕਵੇ ਵੀ ਤੂੰ ਗਲਤ ਹੈ। ਜੀ, ਹੁਣ ਵੀ ਗੱਲ ਉਹੀ ਹੈ, ਕੌਣ ਕਹੇ ਰਾਣੀਆਂ ਵਾਲੀ, ਵੀ ਉਹਨੂੰ ਲੋਕ ਕਹਿ ਕੇ ਵੀ ਥੱਕ ਗਏ। ਲੋਕ ਜਿਹੜੇ ਨੇਗੇ ਮਿਸਟਰ ਫਾਸੀ ਸਾਰੇ, ਉਹਨਾਂ ਵਰਗੇ ਵੀ ਉਹ ਪਿੱਛੇ ਹੋ ਗਏ। ਉਹ ਕਹਿੰਦੇ ਜੀ ਅਸੀਂ ਤੁਹਾਡੀ ਇਹ ਸਟੇਟਮੈਂਟ ਦੇ ਨਾਲ ਨਹੀਂ ਹੈਗੇ, ਲੇਕਿਨ ਫਿਰ ਵੀ ਹੀ ਇਜ਼ ਨਾਟ ਲਿਸਨਿੰਗ। ਪਹਿਲਾਂ ਲੋਕ ਬਹੁਤ ਹੈਰਾਨ ਹੁੰਦੇ ਸੀਗੇ, ਅਪਸੈਟ ਹੁੰਦੇ ਸੀਗੇ, ਉਹ ਚੀਜ਼ਾਂ ਨੂੰ ਲੈ ਕੇ ਐਂਗਜ਼ਾਇਟੀ ਹੁੰਦੀ ਸੀ ਵੀ ਇਹ ਹਾਊ ਇਜ਼ ਹੀ ਗੈਟਿੰਗ ਅਵੇ ਵਿਦ ਇਟ। ਹੁਣ ਮੇਰੇ ਖਿਆਲ ਜਿੱਦਾਂ ਆਪਾਂ ਕਹਿੰਦੇ ਮਾਸਕਸ ਤੇ ਸੈਨੀਟਾਈਜ਼ਰ ਇੱਕ ਨੋਰਮ ਬਣ ਗਿਆ, ਟਰੰਪ ਵੀ ਇੱਕ ਨੋਰਮਲ ਚੀਜ਼ ਬਣ ਗਈ ਆ। ਵੀ ਹਾਂ, ਇਹੀ ਤਾਂ ਉਮੀਦ ਸੀ ਸਾਡੇ ਕੋਲ ਟਰੰਪ। ਬਟ ਇਸ ਗੱਲ ਤੇ ਮੈਂ ਬਹੁਤ ਖੁਸ਼ ਹਾਂ ਵੀ ਜਿੰਨੀਆਂ ਹੁਣ ਰੈਲੀਜ਼ ਹੋ ਰਹੀਆਂ ਨੇ, ਜਿੰਨੀਆਂ ਹੁਣ ਇਹ ਸਾਰੀਆਂ ਆਪਣੀ ਨਵੀਂ ਇਲੈਕਸ਼ਨਸ ਵਾਸਤੇ ਸਾਰੀਆਂ ਮੀਟਿੰਗਸ ਹੋ ਰਹੀਆਂ ਨੇ ਨਾ, ਉਹਦੇ 'ਚ ਬੰਦੇ ਬਹੁਤ ਘੱਟ ਨਜ਼ਰ ਆ ਰਹੇ ਨੇ। ਜੇ ਉਸ ਤੋਂ ਬਾਅਦ ਟਰੰਪ ਦੀ ਰੇਟਿੰਗ ਵੀ ਦੇਖਦੇ ਆ, ਉਹ ਵੀ ਅੱਗੇ ਨਾਲੋਂ ਥੋੜੀ ਜਿਹੀ ਨੀਚੇ ਹੈ। So which is it's good news. It's good news for America. ਲੋਕਾਂ ਨੂੰ ਸਮਝ ਤਾਂ ਆ ਰਹੀ ਹੈ ਨਾ। Right. ਬਿਲਕੁਲ, he is a very good businessman. That's different scenario. But we are not looking for a businessman, we are looking for a world leader. ਔਰ ਅਮਰੀਕਾ ਦੇ ਵਿੱਚ ਇੱਕ ਖਾਸ ਜਿਹੜੀ ਗੱਲ ਸਾਹਮਣੇ ਆਈ ਹੈ ਨਾ, ਸਾਰੀ ਦੁਨੀਆ ਮੰਨਦੀ ਸੀ ਅਮਰੀਕਾ is a world leader. ਜੀ, ਯੂਰਪੀਅਨ ਯੂਨੀਅਨ ਤੱਕ ਯੂਰਪ ਦੇ ਲੋਕਾਂ ਨੇ ਕਹਿਤਾ ਕਿ ਅਸੀਂ ਇਸ ਗੱਲ ਨੂੰ ਨਹੀਂ ਮੰਨਦੇ। ਇੱਕ ਨਵੇਂ ਸਰਵੇ ਦੇ ਵਿੱਚ 28% ਲੋਕ ਕਹਿੰਦੇ ਅਮਰੀਕਾ ਇਜ਼ ਸਟਿਲ ਅ ਵਰਲਡ ਲੀਡਰ। 32% ਕਹਿ ਰਹੇ ਨੇ ਸਾਨੂੰ ਪਤਾ ਨਹੀਂ ਹੈ ਵੀ ਅਮਰੀਕਾ ਨੰਬਰ 1 ਕੰਟਰੀ ਹੈ ਜਾਂ ਨਹੀਂ, ਅਸੀਂ ਕੁਝ ਕਹਿ ਨਹੀਂ ਪਾ ਰਹੇ। ਬਾਕੀ ਸਾਰੇ ਕਹਿੰਦੇ ਵੀ ਵੀ ਆਰ ਨਾਟ ਦੇਅਰ, ਜਿਵੇਂ ਅਸੀਂ ਪਹਿਲਾਂ long way to go. ਹਾਂ ਬਿਲਕੁਲ, ਉਹ ਕਹਿੰਦੇ ਸਾਨੂੰ ਬਲਕਿ ਇਹ ਪਿਛਲੇ ਕੁਝ ਸਾਲਾਂ ਦੇ ਵਿੱਚ ਨੀਚੇ ਲੈ ਆਏ ਨੇ, ਜਦ ਕਿ ਸਾਰੀ ਦੁਨੀਆ ਵੇਖਦੀ ਸੀ ਵੀ ਜੋ ਅਮਰੀਕਾ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ। ਉਹ ਕਹਿੰਦੇ ਜਿਵੇਂ ਤੁਸੀਂ ਪੈਂਡੈਮਿਕ ਨੂੰ ਹੈਂਡਲ ਕੀਤਾ, ਜਿਵੇਂ ਤੁਸੀਂ ਪ੍ਰੋਟੈਸਟ ਨੂੰ ਹੈਂਡਲ ਕੀਤਾ, ਜਿਵੇਂ ਤੁਸੀਂ ਆਹ ਮਾਊਂਟ ਰਸ਼ਮੋਰ ਤੇ ਜਾ ਕੇ ਇਹ ਜਿਹੇ ਬਿਆਨ ਦੇ ਰਹੇ ਹੋ ਵੀ ਜਿਹੜੀ ਆਹ ਭੀੜ ਇਕੱਠੀ ਹੋਈ ਹੈ, ਇਹ ਸਾਡੀ ਇਕੋਨਮੀ ਨੂੰ, ਸਾਡੇ ਦੇਸ਼ ਦੀਆਂ ਜਿਹੜੀਆਂ ਸਾਰੀਆਂ ਉਹ ਨੇ ਗੁੱਸੇ ਵਾਲੀ ਭੀੜ ਹੈ ਜਿਹੜੀ, ਇਹ ਸਾਡਾ ਦੇਸ਼ ਤੋੜ ਰਹੀ ਹੈ। ਕਿਹੜਾ ਦੇਸ਼ ਤੋੜ ਰਹੀ ਹੈ ਇਹ ਭੀੜ? ਆਪਣੇ ਹੱਕ ਮੰਗ ਰਹੀ ਹੈ। ਇਹ ਭੀੜ ਤੇ ਨਾ ਸਹੀ ਮਾਇਨਿਆਂ ਦੇ ਵਿੱਚ ਉੱਥੇ ਰਸ਼ਮੋਰ ਤੇ ਜਾ ਕੇ ਮਿਸਟਰ ਟਰੰਪ ਨੇ ਸਵਾ ਜ਼ਖਮਾਂ ਤੇ ਲੂਣ ਛਿੜਕਣ ਤੋਂ ਬਿਨਾਂ ਕੱਖ ਨਹੀਂ ਕੀਤਾ। ਐਨੀਹਾਊ, ਅੱਗੇ ਆਪਾਂ ਚੱਲਦੇ ਹਾਂ ਜੀ। ਉਹ ਕਹਿੰਦੇ ਸਾਡੀ ਹਿਸਟਰੀ ਰੇਜ਼ ਕਰ ਰਹੀ ਹੈ ਭੀੜ। ਆਈ ਕੈਨ ਨਾਟ ਅੰਡਰਸਟੈਂਡ ਵੀ ਭੀੜ ਹਿਸਟਰੀ ਕਿਵੇਂ ਰੇਜ਼ ਕਰ ਰਹੀ ਹੈ। ਬਟ ਵੈਲ, ਇਹ ਤਾਂ ਸੀ ਜੀ US ਸੁਖੀ ਜੀ। ਉੱਪਰੋਂ ਹੋਰ ਚੜ੍ਹਦਾ ਚੰਦ ਬ੍ਰਾਜ਼ੀਲ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਟਰੰਪ ਦੇ ਬਿਲਕੁਲ ਫਾਲੋਅਰ ਹੈ, ਬਿਲਕੁਲ ਕਾਪੀ ਹੈ। ਬਿਲਕੁਲ, ਤੁਹਾਨੂੰ ਉਹਦੇ ਬਾਰੇ ਪਹਿਲਾਂ ਵੀ ਤੁਸੀਂ ਸੁਣੇ ਹੋਣੇ। 16,50,000 ਤੋਂ ਉੱਪਰ ਕੇਸ ਨੇ ਬ੍ਰਾਜ਼ੀਲ ਦੇ ਵਿੱਚ, 64,900 ਤੋਂ ਉੱਪਰ ਮੌਤਾਂ ਹੋ ਚੁੱਕੀਆਂ ਨੇ। ਔਰ ਪ੍ਰੈਜ਼ੀਡੈਂਟ ਜੇਰ ਬੋਲਸੋਨਾਰੋ, ਉਹ ਜਿਹੜਾ ਹੈ ਮਿਸਟਰ ਡੋਨਲਡ ਟਰੰਪ ਨੂੰ ਦਿਖਾਉਣ ਵਾਸਤੇ ਕਿ ਮੈਂ ਤੇਰੇ ਨਾਲ ਹਾਂ,
4th of ਜੁਲਾਈ ਨੂੰ ਉਹਨਾਂ ਦੀ ਅੰਬੈਸੀ ਦੇ ਵਿੱਚ ਪਹੁੰਚੇ ਆ ਔਰ ਜਦ ਕਿ ਉੱਥੇ ਬ੍ਰਾਜ਼ੀਲ ਦੇ ਵਿੱਚ ਇਹ ਕਿਹਾ ਹੋਇਆ ਵੀ ਤੁਸੀਂ ਫੇਸ ਮਾਸਕ ਮੈਂਡੇਟਰੀ ਨੇ ਜੀ, ਜ਼ਰੂਰੀ ਉਹਨੇ ਲਾ ਕੇ ਉੱਥੇ ਆਪਣੇ ਹੋਰ ਜਿਹੜੇ ਸਬਆਰਡੀਨੇਟ ਸੀ ਉਹਨਾਂ ਨਾਲ ਫੋਟੋ ਖਿਚਵਾ ਕੇ ਅਪਲੋਡ ਕੀਤੀ ਸਿਰਫ ਇਹ ਕਹਿਣ ਵਾਸਤੇ ਕਿ ਮੈਂ ਟਰੰਪ ਦੇ ਨਾਲ ਆ। ਵਾਓ, these kind of leaders we have right now। ਪਰ ਹੁਣ ਤਾਂ ਪ੍ਰੈਜ਼ੀਡੈਂਟ ਨੂੰ ਦੱਸਣਾ ਚਾਹੀਦਾ ਹੈ ਜਿਹੜੀ ਟਰੰਪ ਦੀ ਰੈਲੀ ਹੋਣ ਜਾ ਰਹੀ ਆ ਸੈਟਰਡੇ ਨੂੰ, ਇਹ ਸੈਟਰਡੇ ਨੂੰ ਨਿਊ ਹੈਂਪਸ਼ਾਇਰ ਦੇ ਵਿੱਚ, ਉੱਥੇ ਸਾਫ਼-ਸਾਫ਼ ਲਿਖਿਆ ਹੋਇਆ ਵੀ ਉੱਥੇ ਅਸੀਂ ਹੈਂਡ ਸੈਨੀਟਾਈਜ਼ਰ ਵੀ ਪ੍ਰੋਵਾਈਡ ਕਰੋਗੇ ਤੇ ਮਾਸਕ ਵੀ ਪ੍ਰੋਵਾਈਡ ਕਰੋਗੇ। ਸੋ ਹੁਣ ਟਰੰਪ ਮੇਰਾ ਖਿਆਲ ਹੈ ਸ਼ਾਇਦ ਰੈਲੀਜ਼ ਦਾ ਕਰਕੇ ਇਨ ਪਰਸਨ ਇਵੈਂਟਸ ਇਹ ਪ੍ਰਮੋਟ ਕਰ ਰਿਹਾ, ਇੱਕ ਨਵਾਂ ਮੋੜ ਲੈ ਰਿਹਾ, ਨਵਾਂ ਮੋੜ ਵੀ ਲੈ ਰਿਹਾ ਸੁਖੀ। ਲੇਕਿਨ ਤੈਨੂੰ ਪਤਾ ਵੀ ਡੀਸੀ ਦੇ ਵਿੱਚ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਨਾ, ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ, ਉਹਨਾਂ ਨੇ ਇਹ ਵੀ ਅਨਾਉਂਸ ਕੀਤਾ ਸੀ ਮਾਸਕਸ ਆਰ ਨਾਟ ਮੈਂਡੇਟਰੀ। ਰਾਈਟ। Can you believe that? ਖਾਸ ਕਰਕੇ ਜਿੱਥੇ ਇੰਨੇ ਨੰਬਰਸ ਜ਼ਿਆਦੇ ਆ। ਸੋ ਬ੍ਰਾਜ਼ੀਲ ਐਂਡ ਅਮਰੀਕਾ ਆਬਵੀਅਸਲੀ ਇੱਕ ਵੇਵ ਲੈਂਥ ਦੇ ਉੱਤੇ ਆ, ਇੱਕ ਬਰਾਬਰ ਉਹਨਾਂ ਦੀ ਸੋਚ ਆ, ਤੇ ਤਾਂ ਹੀ ਆਪ ਨੂੰ ਦਿਸਦਾ ਵੀ ਜਿਹੜੇ ਦੇਅਰ ਪੀਪਲ ਆਰ ਸਫਰਿੰਗ। ਜਿੱਥੇ ਨੇਤਾ ਇਹ ਜੇ ਹੋਣਗੇ ਤਾਂ ਉੱਥੇ ਫਿਰ ਬਾਕੀ ਤਾਂ ਕੀ ਰਹਿ ਜਾਂਦਾ। ਐਨੀ ਹਾਊ ਅੱਗੇ ਚੱਲਦੇ ਹਾਂ ਜੀ। ਇੰਡੀਆ ਦੇ ਵਿੱਚ ਇੰਡੀਆ ਹੁਣ ਤੀਸਰੇ ਨੰਬਰ ਤੇ ਆ ਗਿਆ, ਰਸ਼ੀਆ ਨੂੰ ਪਿੱਛੇ ਛੱਡ ਗਿਆ। ਵਾਓ। ਇੰਡੀਆ ਦੇ ਵਿੱਚ ਹੁਣ 7 ਲੱਖ ਤੋਂ ਉੱਪਰ ਕੇਸਿਸ ਹੈਗੇ ਨੇ ਔਰ 19,714 ਲੋਕ ਜਿਹੜੇ ਨੇ ਉੱਥੇ ਉਹਨਾਂ ਦੀ ਡੈਥ ਹੋ ਚੁੱਕੀ। ਸੁਖੀ ਹਰ ਰੋਜ਼ ਨਵੇਂ ਕੇਸਿਸ ਆ ਰਹੇ ਨੇ। ਅਮਰੀਕਾ ਦੇ ਵਿੱਚ 50,000 ਪਲੱਸ ਆ ਰਹੇ ਨੇ, ਬ੍ਰਾਜ਼ੀਲ ਦੇ ਵਿੱਚ 40,000 ਪਲੱਸ ਆ ਰਹੇ ਨੇ, ਅਮਰੀਕਾ ਦੇ ਵਿੱਚ 57 ਤੱਕ ਪਹੁੰਚ ਗਈ ਸੀ ਇੱਕ ਦਿਨ ਜਿਹੜੀ ਇਹ ਜਿਹੜਾ ਇਨਫੈਕਟਡ ਟੋਲ ਸੀ। ਔਰ ਇੰਡੀਆ ਦੇ ਵਿੱਚ ਵੀ ਪਿਛਲੇ ਬਹੁਤ ਦਿਨਾਂ ਤੋਂ 20,000 ਪਲੱਸ ਆ ਰਹੇ ਨੇ ਔਰ ਮੌਤਾਂ ਵੀ ਕਾਫੀ ਹੋ ਰਹੀਆਂ। ਸੋ ਬਹੁਤ ਛੇਤੀ ਪੱਧਰ ਤੇ ਇਹ ਕਲਾਈਮ ਹੋ ਰਿਹਾ ਨੰਬਰ। ਐਗਜ਼ੈਕਟਲੀ। ਔਰ ਉਸ ਤੋਂ ਬਾਅਦ ਹੁਣ ਇੱਕ ਖਾਸ ਅਨਾਉਂਸਮੈਂਟ ਕੀਤੀ ਗਈ ਸੀ, ਤਾਜ ਮਹਿਲ ਨੂੰ ਹੁਣ ਖੋਲ੍ਹਣਾ ਸੀ ਇਸ ਵੀਕ, ਤੇ ਤਾਜ ਮਹਿਲ ਹਲੇ ਨਹੀਂ ਖੁੱਲੇਗਾ, ਵਿਚ ਇਜ਼ ਅ ਗੁੱਡ ਨਿਊਜ਼ ਮੈਂ ਕਹਿ ਰਹੀ ਹਾਂ। ਲੇਕਿਨ ਇੰਡੀਆ 'ਚ ਨਾ ਇੱਕ ਹੋਰ ਖਾਸ ਬੜੀ ਵਧੀਆ ਨਿਊਜ਼ ਜਿਹੜੀ ਹੈ, ਜਿਹੜੀ ਵਨ ਆਫ ਅ ਕਾਈਂਡ ਨਿਊਜ਼ ਹੁੰਦੀ ਹੈ। ਇੱਕ ਨਾ ਬਜ਼ੁਰਗ ਆ ਉੱਥੇ 106 ਸਾਲ ਦੇ, ਉਹਨਾਂ ਨੇ ਪਹਿਲਾ ਪੈਂਡੈਮਿਕ ਦੇਖਿਆ ਸੀ 1918 ਵਾਲਾ। ਰਾਈਟ। ਉਸ ਟਾਈਮ ਉਹ 4 ਸਾਲ ਦੇ ਸੀਗੇ ਜੀ। ਉਹ ਉਸ ਤੋਂ ਬਚ ਗਏ। ਓਕੇ। ਉਦੋਂ ਇਨਫੈਕਟਡ ਹੋਏ, ਬਚ ਗਏ। ਹੁਣ ਉਹ ਇੰਨੇ ਸਾਲ ਬਾਅਦ, 100 ਸਾਲ ਬਾਅਦ ਹੁਣ ਕਰੋਨਾ ਤੋਂ ਇਨਫੈਕਟਡ ਹੋਏ, ਹੁਣ ਉਹ ਫਿਰ ਬਚ ਗਏ। ਓ ਵਾਓ। ਸੋ ਉਹਨਾਂ ਦਾ ਬੇਟਾ ਵੀ ਇਨਫੈਕਟਡ ਸੀ, ਉਹਦੀ ਰਿਕਵਰੀ ਬਹੁਤ ਸਲੋ ਹੈ, ਲੇਕਿਨ ਉਹਨਾਂ ਦਾ ਇਮਿਊਨ ਸਿਸਟਮ ਕਹਿੰਦੇ ਇੰਨਾ ਕੁ ਵਧੀਆ ਹੈ ਕਿ ਉਹ 2 ਪੈਂਡੈਮਿਕ ਤੋਂ ਸੇਵ ਹੋ ਗਏ। 106 ਸਾਲਾਂ ਦੇ। 106 ਸਾਲ। ਹੋ ਸਕਦਾ ਖੁਰਾਕ ਦੇ ਵਿੱਚ ਵੀ ਹੈ ਨਾ, ਮੇਰੇ ਖਿਆਲ ਜਦੋਂ ਕਿਦਾਂ ਹੁੰਦੀਆਂ ਪੁਰਾਣੀਆਂ ਖੁਰਾਕਾਂ ਜਿਹੜੀਆਂ ਆ, ਉਹ ਇਸ ਉਮਰ 'ਚ ਜਾ ਕੇ ਪਤਾ ਲੱਗਦਾ ਵੀ ਕਿੰਨੇ ਕੁ ਤੁਸੀਂ ਹੈ ਨਾ ਵਾਕਿਆ ਸਟਰੋਂਗ ਆ। ਵਾਓ, ਦੈਟਸ ਅਮੇਜ਼ਿੰਗ ਟੂ ਬੀ that age and to survive 2 of these big pandemics. Exactly. Amazing. World known pandemics, right? Yeah, definitely. So ਉਸ ਤੋਂ ਬਾਅਦ ਸੁਖੀ ਜਿਹੜੀ ਬਾਕੀ ਸਾਡੇ ਕੋਲੇ ਪਾਕਿਸਤਾਨ ਦੀ ਨਿਊਜ਼ ਹੈ। ਪਾਕਿਸਤਾਨ ਦੇ ਵਿੱਚ ਕੇਸ ਜਿਹੜੇ ਆ 2,31,000 ਤੋਂ ਉੱਪਰ ਨੇ, ਲੇਕਿਨ ਪਾਕਿਸਤਾਨ ਦੇ ਆਪਣੇ ਹੈਲਥ ਮਿਨਿਸਟਰ ਹੈ ਜਿਹੜੇ ਉਹਨਾਂ ਦੇ ਸਿਹਤ ਮੰਤਰੀ ਹੈ, ਉਹ ਕਰੋਨਾ ਵਾਇਰਸ ਤੋਂ ਪੋਜ਼ਿਟਿਵ ਹੈ, which is not a good news. Not good. And ਸਾਊਥ ਅਫਰੀਕਾ ਬਾਕੀ ਜਿਹੜੀ ਹੋਰ ਹੈ ਉਹਦੇ ਵਿੱਚ ਕੇਸਿਸ ਪਤਾ ਨਹੀਂ ਕਿਸ ਹਿਸਾਬ ਨਾਲ ਇੱਕੋ ਦਮ ਸਾਊਥ ਅਫਰੀਕਾ ਬਹੁਤ ਉੱਪਰ ਆਇਆ। 10-10 ਹਜ਼ਾਰ 8-8 ਹਜ਼ਾਰ ਕੇਸ ਜਿਹੜੇ ਨੇ ਰੋਜ਼ ਵਾਂਗੂ ਉੱਥੇ ਵਧੇ ਨੇ। ਤੇ ਸਭ ਤੋਂ ਬਾਅਦ 'ਚ ਗੱਲ ਕਰਦੇ ਹਾਂ ਸਾਡੇ ਆਪਣੇ ਕੈਨੇਡਾ ਦੀ। ਕੈਨੇਡਾ ਵਿੱਚ ਹਾਲਾਤ ਬਹੁਤ ਸੋਹਣੇ ਤਰੀਕੇ ਨਾਲ ਕੰਟਰੋਲ ਕੀਤੇ ਗਏ ਨੇ। ਤਕਰੀਬਨ 219 ਕੇਸ ਕੱਲ੍ਹ ਆਏ ਨੇ ਨਵੇਂ, ਔਰ ਟੋਟਲ ਕੇਸ 1,05,536 ਨੇ, which is ਜਦੋਂ ਇਹਨਾਂ ਕੰਟਰੀਜ਼ ਦੀ ਗੱਲ ਕਰਦੇ ਹਾਂ ਆਪਾਂ ਦੇਖਦੇ ਹਾਂ ਰੇਸ਼ੀਓ ਇਜ਼ ਅ ਸਾਂਝ ਲੈਣ ਨੂੰ ਮਿਲਦਾ ਹੈ। ਜੀ ਡੈਫੀਨਿਟਲੀ। ਆਈ ਨੋ ਓਵਰ ਦ ਵੀਕਐਂਡ ਥੋੜੇ ਜਿਹੇ ਆਊਟਬ੍ਰੇਕਸ ਇੱਥੇ ਹੋਇਆ, ਲੈਂਗਲੀ ਦੇ ਵਿੱਚ ਹੋਇਆ, ਪਰ ਐਜ਼ ਅ ਯੈਸਟਰਡੇ ਜੇ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ 69,000 ਜਿਹੜੇ ਕੇਸਿਸ ਆ ਰਿਕਵਰੀ ਦੇ ਵਿੱਚ ਆ। ਸੋ ਇਹ ਬਹੁਤ ਵਧੀਆ ਚੀਜ਼ ਹੈ ਕਿ ਅਸੀਂ ਰਿਕਵਰੀ ਵੀ ਦੇਖੀਏ ਵੀ ਜਿਹਨਾਂ ਨੂੰ ਹੋਇਆ ਰਿਕਵਰ ਵੀ ਹੋਇਆ। ਤੇ 10 ਮਿਲੀਅਨ ਯੈਸ ਤੇ ਪਰ 10,094,000 ਜਿਹੜੇ ਟੈਸਟ ਉਹ ਵੀ ਹੋਇਆ। ਸੋ ਦੈਟਸ ਅ ਲੋਟ। ਕਿੱਥੇ ਹੈ ਨਾ ਥੋੜੇ ਅੱਗੇ ਟੈਸਟ ਹੁੰਦੇ ਸੀ, ਹੁਣ ਬਹੁਤ ਜ਼ਿਆਦਾ ਹੋਏ and they all came back negative, which is good. So we're happy to see that ਜਿਹੜੇ ਸਾਡਾ ਕੈਨੇਡਾ ਦਾ ਗਰਵ ਹੈ ਉਹ ਥੱਲੇ ਆ ਰਿਹਾ ਆ। ਤੇ ਪਰ ਮੇਰਾ ਖਿਆਲ ਹੈ ਨਾ ਇੱਕ ਵੱਡੀ ਜਿਹੜੀ ਚੀਜ਼ ਆ ਕਿ ਜਿਹੜੀ ਸਖਤਿਆਈ ਹੋ ਰਹੀ ਆ ਬੋਰਡਰਸ ਦੇ ਉੱਤੇ, ਏਅਰਪੋਰਟਸ ਦੇ ਉੱਤੇ, it is a big thing ਕਿ ਜਿਹੜੇ ਅਸੀਂ ਇੰਟਰਨੈਸ਼ਨਲ ਜਿਹੜੇ ਅਕ੍ਰੋਸ ਬੋਰਡਰ ਇੱਧਰ ਉੱਧਰ ਅਸੀਂ ਨਹੀਂ ਜਾਣ ਦਿੰਦੇ। ਪਰ ਇੱਕ ਗੱਲ ਹੈਗੀ ਆ ਕਿ ਆਪਾਂ ਜਾਣਦੇ ਹਾਂ ਕਿ ਜਦੋਂ ਦਾ ਪੈਂਡੈਮਿਕ ਸ਼ੁਰੂ ਹੋਇਆ ਆ ਉਦੋਂ ਦੇ ਜਿਹੜੀ ਟਰੈਵਲ ਆ ਥੋੜ੍ਹੀ ਜਿਹੀ ਡੀਕਰੀਜ਼ ਹੋਈ ਆ, ਲੋਕੀ ਡਰਦੇ ਆ। ਬਟ ਫਿਰ ਵੀ ਜਿਹੜੇ ਹੈਲਥ ਅਫੀਸ਼ੀਅਲਸ ਆ ਤੇ ਜਿਹੜੇ ਨੰਬਰਸ ਆ ਰਹੇ ਆ ਉਹ ਕਹਿ ਰਹੇ ਵੀ ਇਹ ਸਾਰਾ ਕੁਛ ਹੁਣ ਡਬਲ ਹੋ ਰਿਹਾ ਆ।
ਅਪ੍ਰੈਲ ਤੇ ਮਈ ਦੇ ਵਿੱਚ ਜੇ ਆਪਾਂ ਨੰਬਰਸ ਦੇਖੀਏ ਤੇ ਹੁਣ ਜਿਹੜੇ ਆਪਾਂ ਨੰਬਰਸ ਦੇਖੀਏ ਡਬਲ ਹੋ ਰਿਹਾ ਤੇ ਹੈਰਾਨਗੀ ਵਾਲੀ ਗੱਲ ਇਹ ਆ ਕਿ ਜਿਹੜੇ ਕੈਨੇਡੀਅਨ ਸਿਟੀਜ਼ਨਸ ਆ ਉਹ ਨਹੀਂ ਮੈਜੋਰਿਟੀ ਹੈਗੇ ਜਿਹੜੇ ਨਾਨ ਕੈਨੇਡੀਅਨ ਸਿਟੀਜ਼ਨਸ ਆ ਤੇ ਜਿਹੜੇ ਪੀਆਰਸ ਆ ਜਿਹੜੇ ਉਹ ਕੈਨੇਡਾ ਦੇ ਵਿੱਚ ਆ ਰਹੇ ਆ ਸੋ ਹੁਣ ਇਹਦਾ ਜਿਹੜੇ ਥੋੜ੍ਹੇ ਜਿਹੇ ਨਿਊਜ਼ ਲੈ ਕੇ ਆਬਵੀਅਸਲੀ ਕਰੋਨਾ ਵਾਇਰਸ ਦਾ ਕਰਕੇ ਹੁਣ ਜਿਹੜੇ ਲੋਕੀ ਘਰੇ ਬੈਠੇ ਆ ਪਰ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਆ ਉਹ ਕੈਨੇਡਾ ਦੇ ਵਿੱਚ ਆ ਰਹੇ ਆ ਏਅਰਪੋਰਟਸ ਦੇ ਉੱਤੇ ਤੇ ਆਹ ਪਿਛਲੇ ਵੀਕ ਦੇ ਵਿੱਚ ਇਟਸ ਡਬਲਡ ਸੋ ਕਿੱਥੇ 15,000 ਆਉਂਦੇ ਸੀਗੇ ਕਿੱਥੇ 30,000 ਲੋਕ ਹੁਣ ਇੱਥੇ ਆ ਰਹੇ ਆ ਤੇ ਇਹਦਾ ਕਾਰਨ ਜਿਹੜੇ ਹੁਣ ਗਵਰਨਮੈਂਟ ਨੇ ਆ ਇਹਨਾਂ ਨੇ ਪਬਲਿਕ ਹੈਲਥ ਅਫੀਸ਼ੀਅਲਸ ਬਾਰਡਰਸ ਦੇ ਉੱਤੇ ਤੇ ਏਅਰਪੋਰਟਸ ਦੇ ਉੱਤੇ ਹੌਟ ਸਪੌਟਸ ਦੇ ਉੱਤੇ ਇਹਨਾਂ ਨੇ ਹੁਣ ਜ਼ਿਆਦਾ ਉੱਥੇ ਕਰ ਦਿੱਤੇ ਆ ਬੂਸਟ ਸੋ ਇਹ ਸਕਰੀਨਿੰਗ ਕਰ ਰਿਹਾ ਤੁਸੀਂ ਜਾਣਦੇ ਹੋ ਪਹਿਲਾਂ ਵੀ ਸਕਰੀਨਿੰਗ ਹੋ ਰਹੀ ਸੀਗੀ ਪੁੱਛਦੇ ਸੀ ਵੀ ਜੇ ਤੁਹਾਨੂੰ ਕੋਈ ਖਾਫ ਆ ਔਰ ਇਫ ਯੂ ਹੈਵ ਐਨੀ ਫੀਵਰ ਵੀ ਵਾਂਟ ਟੂ ਸਕਰੀਨ ਯੂ ਵੀ ਵਾਂਟ ਟੂ ਮੇਕ ਸ਼ੋਰ ਦੈਟ ਯੂਰ ਕੁਆਰੰਟਾਈਨ ਤੁਹਾਨੂੰ ਆਈਸੋਲੇਟ ਕਰਨਾ ਪੈਣਾ ਆ ਸੋ ਹੁਣ ਹੈਲਥ ਕੈਨੇਡਾ ਦੇ ਸਪੋਕਸਪਰਸਨ ਟੈਮੀ ਜਰਬੋ ਨੇ ਕਿਹਾ ਆ ਕਿ ਅਸੀਂ ਹੈਲਥ ਅਫੀਸ਼ੀਅਲਸ 36 ਹਾਈ ਵੋਲਿਊਮ ਏਅਰਪੋਰਟਸ ਤੇ ਹੌਟ ਸਪੌਟਸ ਉੱਤੇ ਪਲੇਸ ਕਰ ਦਿੱਤੇ ਆ ਪੋਰਟ ਆਫ ਐਂਟਰੀ ਸੋ ਭਾਵੇਂ ਉਹ ਏਅਰ ਹੋਣ ਜਾਂ ਲੈਂਡ ਹੋਵੇ ਸੋ ਜੇ ਆਪਾਂ ਅਪ੍ਰੈਲ ਤੇ ਮਈ ਦੇ ਨੰਬਰਸ ਆਪਾਂ ਦੇਖੀਏ ਸਿਰਫ 15,000 ਉਸ ਵੇਲੇ ਟਰੈਵਲ ਕਰ ਰਹੇ ਸੀਗੇ ਪੈਸੇਂਜਰਸ ਮਿਡ ਜੂਨ ਦੇ ਵਿੱਚ 30,000 ਹੋ ਗਏ ਆ ਸੁਖੀ ਲੋਕ ਘਰੇ ਬੈਠ ਹੀ ਨਹੀਂ ਰਹੇ ਹੈਗੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਅਮਰੀਕਨਸ ਨੂੰ ਥੋੜਾ ਜਿਹਾ ਟਿਕ ਕੇ ਬਹਿਣਾ ਚਾਹੀਦਾ ਵੀ ਘਰੇ ਉਹ ਅਲਾਸਕਾ ਦਾ ਬਹਾਨਾ ਲੈ ਕੇ ਕਦੋਂ ਨਾ ਕਦੋਂ ਤੁਰ ਪੈਂਦੇ ਨੇ ਔਰ ਓਨਟਾਰੀਓ ਦੇ ਵਿੱਚ ਇੱਕ ਕਪਲ ਨੂੰ $1,000 ਦੀ ਟਿਕਟ ਇਸ ਵੀਕਐਂਡ ਤੇ ਮਿਲੀ ਹੈ ਓ ਵਾਹ 1,000 ਦੀ ਉਹ ਕਹਿੰਦੇ ਵੀ ਉਹਨਾਂ ਨੂੰ ਉਹਦੀ ਕਾਰ ਦੇਖੀ ਜਦੋਂ ਅਸੀਂ ਵੀ ਇਹ ਤਾਂ ਕਾਰ ਜਿਹੜੀ ਹੈ ਮਿਸ਼ੀਗਨ ਤੋਂ ਜਾਂ ਕਿਤੋਂ ਵੀ ਆਈ ਹੋਈ ਹੈ ਵੀ ਇਹ ਕਾਰ ਇੱਥੇ ਕੀ ਕਰ ਰਹੀ ਹੈ ਚਲੋ ਆਈ ਹੈ ਕਿਤੇ ਰਹਿਣਾ ਹੋਏਗਾ 14 ਦਿਨ ਕੁਆਰੰਟਾਈਨ ਕਰੋ ਆਪਣਾ ਤੇ ਉਦੋਂ ਬਾਅਦ ਫਿਰ ਤੁਰਿਓ ਫਿਰਿਓ ਲੇਕਿਨ ਉਹ ਕਾਰ ਅਗਲੇ ਦਿਨ ਹੋਰ ਕਿਤੇ ਲੱਭੀ ਉਹ ਕਾਰ ਤੀਸਰੇ ਦਿਨ ਕਿਤੇ ਹੋਰ ਲੱਭੀ ਉਹ ਕਹਿੰਦੇ ਇਹ ਤਾਂ ਹਟਦੇ ਹੀ ਨਹੀਂ ਹੈਗੇ ਉਹਨਾਂ ਨੂੰ ਫਿਰ ਇੱਕ 66 ਸਾਲ ਤੇ 65 ਸਾਲ ਦਾ ਜਿਹੜਾ ਵਿਅਕਤੀ ਸੀ ਉਹਨਾਂ ਨੂੰ ਖੜੇ ਕਰਕੇ ਟਿਕਟ ਦਿੱਤੀ $1,000 ਦੀ ਪਰ ਉਹ ਪਹਿਲੀ ਗੱਲ ਤਾਂ ਇਹ ਆਏ ਕਿੱਦਾਂ ਹੈ ਕੈਨੇਡਾ ਇਹ ਐਸੈਂਸ਼ੀਅਲ ਟਰੈਵਲ ਸੀ ਬਿਲਕੁਲ ਇੱਕੋ ਹੀ ਚੀਜ਼ ਹੈ ਜਿਹੜੀ ਅੱਜ ਅਮਰੀਕਨ ਸਭ ਤੋਂ ਜ਼ਿਆਦਾ ਕਹਿ ਰਿਹਾ ਜੀ ਅਸੀਂ ਅਲਾਸਕਾ ਨੂੰ ਚੱਲੇ ਹਾਂ ਜੀ ਉਹ ਫਿਰ ਵਿੱਚ ਆਰਾਮ ਨਾਲ ਹੋ ਜਾਂਦਾ ਵੀ ਤੁਸੀਂ ਆਪਣੀ ਕੰਟਰੀ ਤੋਂ ਆਪਣੀ ਕੰਟਰੀ ਟਰੈਵਲ ਕਰਨ ਵਾਸਤੇ ਇਹ ਦੱਸਿਆ ਗਿਆ ਸੀ ਕਿਉਂਕਿ ਅਮਰੀਕਾ ਦਾ ਪਾਰਟ ਹੈ ਅਲਾਸਕਾ ਉਹ ਕਹਿੰਦੇ ਜੇ ਤੁਸੀਂ ਉੱਥੇ ਜਾਣਾ ਤੁਸੀਂ ਜਾਓ ਲੇਕਿਨ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਵੀ ਰਸਤੇ 'ਚ ਨਾ ਖੜੋ ਉਹ ਜਗ੍ਹਾ ਘੁੰਮਣ ਫਿਰਨ ਥੋੜਾ ਨਹੀਂ ਹਾਂ ਐਗਜ਼ੈਕਟਲੀ ਸਾਈਟਸੀਇੰਗ ਤੁਸੀਂ ਥੋੜਾ ਕਰਨਾ ਹੈ ਤੁਸੀਂ ਸਿਰਫ ਆਪਣਾ ਫਰਮ ਪੁਆਇੰਟ A ਟੂ ਪੁਆਇੰਟ B ਜਾਣਾ ਆ ਐਗਜ਼ੈਕਟਲੀ ਯੂਨੀਵਰਸਿਟੀ ਆਫ ਟੋਰਾਂਟੋ ਦਾ ਇੱਕ ਇਨਫੈਕਸ਼ਨ ਕੰਟਰੋਲ ਪ੍ਰੋਫੈਸਰ ਹੈ ਤੇ ਉਹ ਵੀ ਕਹਿ ਰਹੇ ਵੀ ਮੈਨੂੰ ਹੈਰਾਨਗੀ ਹੁੰਦੀ ਵੀ ਇੰਨੇ ਲੋਕ ਜਿਹੜੇ ਟਰੈਵਲ ਹੋ ਰਿਹਾ ਵੀ ਐਸੈਂਸ਼ੀਅਲ ਟਰੈਵਲ ਨਹੀਂ ਗਾ ਕਹਿੰਦੇ ਵੀ ਜੇ ਆਪਾਂ ਹੁਣ ਵੇਖਦੇ ਹਾਂ ਜੂਨ ਜੁਲਾਈ ਦੇ ਵਿੱਚ ਇੰਨੇ ਨੰਬਰਸ ਹੋ ਗਏ ਆ ਸੈਪਟੈਂਬਰ ਅਕਤੂਬਰ ਦੇ ਵਿੱਚ ਕੀ ਹੋਗਾ ਬਿਲਕੁਲ ਸਹੀ ਹੈ ਰਾਈਟ ਸੋ ਵਾਟ ਆਰ ਵੀ ਗੋਇੰ ਟੂ ਡੂ ਬਿਕਾਜ਼ ਉਦੋਂ ਹੀ ਤੇ ਆਪਾਂ ਕਹਿੰਦੇ ਵੀ ਜਿਹੜਾ ਸੈਕੰਡ ਵੇਵ ਆ ਉਦੋਂ ਜਿਹੜੇ ਅਸਲੀ ਨੰਬਰ ਆ ਪੈਂਡੈਮਿਕ ਦੇ ਉਦੋਂ ਕੈਨੇਡਾ ਨੂੰ ਦੇਖਣ ਨੂੰ ਮਿਲਣੇ ਆ ਸੁਖੀ ਅਮਰੀਕਾ ਨੂੰ ਤਾਂ ਹੁਣੇ 15 ਦਿਨਾਂ ਨੂੰ ਵੇਖਣ ਨੂੰ ਮਿਲ ਜਾਣੇ ਆ ਜਦੋਂ ਜੁਲਾਈ 4th ਦਾ ਜਿਹੜਾ ਇਹਨਾਂ ਦਾ ਸਾਰਾ ਅੱਗੇ ਰਿਜ਼ਲਟ ਆ ਗਿਆ 15 ਦਿਨਾਂ ਦੇ ਵਿੱਚ ਉਦੋਂ ਪੈਣੇ ਆ ਹਾਂ ਉਦੋਂ ਪਟਾਕੇ ਪੈਣੇ ਆ ਇਹਨਾਂ ਦੇ ਲੇਕਿਨ ਪ੍ਰੋਬਲਮ ਇਹ ਹੈ ਵੀ ਫਿਰ ਵੀ ਇਹ ਲੋਕ ਅੰਡਰਸਟੈਂਡ ਨਹੀਂ ਕਰ ਰਹੇ ਜੁਲਾਈ 4th ਨੂੰ ਬਹੁਤ ਸਾਰੇ ਬੀਚਸ ਹਲੇ ਵੀ ਭਰੇ ਪਏ ਸੀ ਡੈਫੀਨਿਟਲੀ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਐਂ ਲੱਗ ਰਿਹਾ ਵੀ ਜਿਹੜੇ ਵੀ ਤੁਸੀਂ ਜੇ ਦੇਖੋ ਨਾ ਪਿਕਚਰਸ ਜਿਹੜੇ ਲੋਕ ਅਮਰੀਕਾ ਟੂ ਕੈਨੇਡਾ ਆ ਰਹੇ ਆ ਉੱਪਰ ਆਪਣੇ ਉਹ ਕਾਇਕ ਰੱਖ ਕੇ ਆ ਰਹੇ ਨੇ ਵੀ ਇੱਥੇ ਵਕੇਸ਼ਨ ਤੇ ਥੋੜਾ ਆਏ ਆ ਭਾਈ ਤੁਸੀਂ ਇੱਥੇ ਪੈਂਡੈਮਿਕ ਚੱਲ ਰਿਹਾ ਯਾ ਡੈਫੀਨਿਟਲੀ ਸੋ ਆਈ ਡੋਨਟ ਨੋ ਜੇ ਹੁਣ ਆਪਾਂ ਮਈ 25 ਤੋਂ ਕੈਨੇਡਾ ਬਾਰਡਰ ਸਰਵਿਸ ਜਿਹੜੀ ਅਥਾਰਟੀ ਆ ਉਹ ਨੰਬਰਸ ਦੇਣ ਲੱਗ ਪਏ ਸੀਗੇ ਵੀ ਕਿੰਨੇ ਕੁ ਲੋਕ ਇੱਧਰ ਉਧਰੋਂ ਆਉਂਦੇ ਆ ਸੋ 135 ਲੱਖ people ਜੋ have arrived to Canada ਤੇ ਉਹਦੇ ਵਿੱਚੋਂ 66,000 non-Canadians ਆ ਸੋ ਆਪਣੇ where is our border control Canadian government ਕੀ ਕਰ ਰਹੀ ਹੈ ਵੀ ਇੰਨੇ ਸੋਹਣੇ ਤਰੀਕੇ ਨਾਲ ਆਪਾਂ ਕੰਟਰੋਲ ਕੀਤਾ ਪਰ ਹਾਲੇ ਵੀ ਮੈਨੂੰ ਲੱਗਦਾ ਆ ਕਿਤੇ ਨਾ ਕਿਤੇ there is a little bit of a loop and we really need to fix that because it is scary ਬਟ ਸਭ ਤੋਂ ਪਹਿਲੀ ਗੱਲ ਹੈ ਤੇ ਕਿ ਅਸੈਂਸ਼ੀਅਲ ਟਰੈਵਲ ਜਿੰਨਾ ਤੁਸੀਂ ਨੰਬਰ ਦੱਸਿਆ ਉਹਦੇ ਵਿੱਚੋਂ 1,07,000 ਤੋਂ ਉੱਪਰ ਤਕਰੀਬਨ ਉਹ ਡਰਾਈਵਰਸ ਨੇ ਜਿਹੜੇ ਅਸੈਂਸ਼ੀਅਲ 'ਚ ਆਉਂਦੇ ਨੇ ਜਿਹੜੇ ਨਾਨ ਅਸੈਂਸ਼ੀਅਲ ਦੇ ਵਿੱਚ ਆਉਂਦੇ ਨੇ ਉਹ ਟ੍ਰੀਟੀ ਫਸ ਜਾਂਦੀ ਆ ਕੇ ਉਹ ਟ੍ਰੀਟੀ ਹੈ ਜਿਹੜੀ ਮੁੜ ਕੇ ਫਿਰ ਇਹ ਹੋ ਜਾਂਦਾ ਵੀ ਇੰਨਾ ਪਾਰਟ ਸਾਡਾ ਕੈਨੇਡਾ ਦਾ ਉੱਧਰ ਜਾਣਾ ਜਾਂ ਇੰਨਾ ਅਮਰੀਕਾ ਦਾ ਜਿਹੜਾ ਕੈਨੇਡਾ ਵੱਲ ਆਉਣਾ ਉਹ ਸਾਰੀ ਟ੍ਰੀਟੀ ਕਰਕੇ ਹੋਰ ਪੰਗਾ ਪੈ ਜਾਂਦਾ ਸੋ ਇਸ ਕਰਕੇ ਆਈ ਡੋਨਟ ਨੋ देयर इज ਸਮਥਿੰਗ ਗੋਇੰਗ ਔਨ देयर इज ਸਮਥਿੰਗ ਐਂਡ ਉੱਤੋਂ ਦੀ ਕੈਨੇਡਾ ਕਹਿੰਦਾ ਵੀ ਅਸੀਂ ਸਾਡੇ ਬੂਹੇ ਹੋਰ ਖੋਲਣ ਲੱਗੇ ਇਮੀਗ੍ਰੇਸ਼ਨ ਵਾਸਤੇ ਸੋ ਇਹਦਾ ਮਤਲਬ ਕਿ ਉਹ ਕਹਿੰਦੇ ਆ ਵੀ ਹਜੇ ਆਪਣੇ ਜਿਹੜੇ ਇੱਥੇ ਰਹਿਣ ਵਾਲੇ ਘੱਟ ਆ ਅਸੀਂ ਇੰਨੇ ਪੀੜਤ ਨਹੀਂ ਹੋਏ ਵੀ ਅਸੀਂ ਹੋਰ ਬੂਹੇ ਖੋਲਦੇ ਆ ਖਾਸ ਕਰਕੇ ਸਾਡਾ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਆ ਮਾਰਕੋ ਮੈਂਡੀਸੋ ਨੂੰ ਕਿੱਦਾਂ ਕਹਿਣਾ ਆ ਕਿ ਅਸੀਂ ਹੁਣ USA ਨੂੰ ਤੇ ਜਿਹੜੇ ਹਾਂਗਕਾਂਗ ਦੇ ਵਿੱਚ ਰਹਿ ਰਹੇ ਆ ਨਿਵਾਸੀ ਉਹਨਾਂ ਨੂੰ ਵੈਲਕਮ ਕਰ ਰਹੇ ਆ ਬਿਲਕੁਲ ਜੀ ਦੱਸੋ ਜੀ ਇਹਦੇ ਬਾਰੇ ਇਹ ਖਾਸ ਗੱਲ ਹੈ
ਜੁਲਾਈ 4 ਤੇ ਜਦੋਂ ਤਾਂ ਅਮਰੀਕਾ ਆਪਣਾ ਇੰਡੀਪੈਂਡੈਂਸ ਡੇ ਮਨਾ ਰਿਹਾ, ਠੀਕ ਹੈ, ਉਸ ਵੇਲੇ ਇੱਕ ਖਾਸ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਜੀ। ਸੁਖੀ, ਅਮਰੀਕਾ ਨੂੰ ਨਾ ਇਹ ਮੰਨਿਆ ਜਾਂਦਾ ਸੀ ਵੀ ਇਹ ਵਰਲਡ ਲੀਡਰ ਹੈ ਜੀ ਜੀ। ਔਰ ਜਿੱਥੇ ਵੀ ਮਾਈਂਡ ਦੇ ਵਿੱਚ ਸਾਰੀ ਦੁਨੀਆ 'ਚ ਲੋਕ ਬੈਠੇ ਸੀ, ਉਹਨਾਂ ਦੇ ਮਾਈਂਡ ਦੇ ਵਿੱਚ ਆਏ ਸੀ ਵੀ ਅਸੀਂ ਅਮਰੀਕਾ ਜਾਣਾ ਹੈ। ਹੁਣ ਉਹ ਅਮਰੀਕਾ ਨੇ ਸ਼ਿਕੰਜਾ ਬਹੁਤ ਜ਼ਿਆਦਾ ਕੱਸਤਾ, ਉੱਥੇ ਇਮੀਗ੍ਰੇਸ਼ਨ ਬਹੁਤ ਘੱਟ ਹੋ ਗਈ। ਅੱਛਾ, ਜਦੋਂ ਅਮਰੀਕਾ ਦੇ ਵਿੱਚ ਲੋਕ ਸੈਟਲ ਹੋ ਜਾਂਦੇ ਸੀ ਉਦੋਂ ਕੈਨੇਡਾ ਵੱਲ ਨੂੰ ਭੱਜਦੇ ਨਹੀਂ ਸੀ, ਬਿਲਕੁਲ ਨਹੀਂ ਇੱਧਰ ਮੂੰਹ ਕਰਦੇ ਸੀ, ਇੱਧਰ ਨੂੰ ਨਹੀਂ ਸੀ ਆਉਂਦੇ। 2015 ਦੇ ਵਿੱਚ ਜੇ ਆਪਾਂ ਡਾਟਾ ਵੇਖੀਏ, ਜਦੋਂ ਅਮਰੀਕਨ ਕੈਨੇਡਾ ਆਏ ਨੇ ਉਹ ਸਿਰਫ ਔਰ ਸਿਰਫ 600 ਲੋਕ ਆਏ ਨੇ। ਇੱਕ ਸਾਲ ਦੇ ਵਿੱਚ 600 ਲੋਕ ਅਮਰੀਕਾ ਟੂ ਕੈਨੇਡਾ ਮੂਵ ਹੋਏ ਨੇ ਪਰਮਾਨੈਂਟਲੀ। 2019 ਦੇ ਵਿੱਚ ਇਹ 600 ਦੀ ਗਿਣਤੀ ਵੱਧ ਕੇ 10,000 ਹੋ ਗਈ। ਰਾਈਟ, ਵਾਓ। 10,600, ਜੇ ਤਾਂ 600 ਤੋਂ 1000 ਹੋ ਜਾਂਦੀ ਨਾ ਫਿਰ ਤਾਂ ਆਪਾਂ ਮੰਨਦੇ ਵੀ ਚਲੋ ਠੀਕ ਹੈ ਬਈ ਕੋਈ ਖਾਸ ਗੱਲ ਨਹੀਂ। 600 ਤੋਂ 10,000 ਹੋ ਜਾਣੀ ਇਹ ਕੁਝ ਸੋਚਣ ਵਾਲੀ ਗੱਲ ਹੈ। ਜੀ ਜੀ। ਔਰ ਉਹਦੇ ਵਿੱਚ ਹੁਣ ਬਹੁਤ ਸਾਰੀਆਂ ਚੀਜ਼ਾਂ ਨੇ, ਉਹ ਫੈਕਟਰ ਹੈ। ਇੱਕ ਤਾਂ ਉੱਥੇ ਇਮੀਗ੍ਰੇਸ਼ਨ ਬਹੁਤ ਔਖੀ ਹੋ ਗਈ ਹੈ। ਇੱਕ ਮਿਸਟਰ ਟਰੰਪ ਨੇ ਜਿਸ ਹਿਸਾਬ ਨਾਲ ਰੇਸਿਜ਼ਮ ਨੂੰ ਹੁਲਾਰਾ ਦਿੱਤਾ, ਉਹਨਾਂ ਨੂੰ ਵਧਾਵਾ ਦਿੱਤਾ, ਉਹ ਚੀਜ਼ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅਫੈਕਟ ਕਰ ਰਹੀ ਹੈ। ਤੁਹਾਨੂੰ ਯਾਦ ਹੈ ਜਦੋਂ ਟਰੰਪ ਇਲੈਕਟ ਕੀਤਾ ਗਿਆ ਸੀਗਾ, ਉਦੋਂ ਆਪਣੀ ਜਿਹੜੀ ਵੈਬਸਾਈਟ ਸੀ ਕੈਨੇਡੀਅਨ ਇਮੀਗ੍ਰੇਸ਼ਨ ਦੀ, ਉਹ ਕ੍ਰੈਸ਼ ਹੋ ਗਈ ਸੀ ਉਸ ਦਿਨ। ਐਗਜ਼ੈਕਟਲੀ, ਰਾਈਟ। ਸੋ ਆਈ ਰਿਮੈਂਬਰ ਦੈਟ ਕਿ ਉਹ ਕ੍ਰੈਸ਼ ਹੋ ਗਈ ਫॉर ਅ ਨੰਬਰ ਆਫ ਆਵਰਸ, ਕਿਉਂਕਿ ਲੋਕੀ ਉਦੋਂ ਸੱਚੀ ਮੁੱਚੀ ਡਰ ਗਏ ਸੀ, ਤੇ ਮੇਰੇ ਖਿਆਲ ਡਰਨ ਦੀ ਉਹਨਾਂ ਦੀ ਵਜ੍ਹਾ ਅੱਜ ਵੀ ਆ। ਉਹ ਡਰਨ ਦੀ ਵਜ੍ਹਾ ਹਰ ਰੋਜ਼ ਪੁਖਤਾ ਹੋ ਰਹੀ ਹੈ ਵੀ ਉਹ ਸਹੀ ਮਾਇਨਿਆਂ 'ਚ ਡਰਦੇ ਸੀ, ਔਰ ਸਹੀ ਸੀ ਜੇ ਉਹ ਡਰਦੇ ਸੀ। ਤੇ ਸੁਖੀ, ਉਹਦੇ ਨਾਲ ਹੁਣ ਕੀ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਸਾਡੀ ਐਕਸਪ੍ਰੈਸ ਐਂਟਰੀ ਦੇ ਵਿੱਚ ਹੁਣ ਪਾਰਟਿਸਿਪੇਟ ਕਰ ਰਹੇ ਨੇ। ਹੁਣ ਵੀ ਉਹੀ ਕ੍ਰੈਸ਼ ਹੋਣ ਵਾਲੀ ਗੱਲ ਹੈ। ਹੁਣ ਬਹੁਤ ਸਾਰੇ ਲੋਕ ਇੱਧਰ ਆਉਣਾ ਚਾਹੁੰਦੇ ਨੇ। ਹੁਣ ਇੱਕ ਦ ਵੇ ਵੀ ਹੈਂਡਲਡ ਦ ਪੈਂਡੈਮਿਕ ਐਂਡ ਦ ਵੇ ਦੇ ਹੈਂਡਲਡ देयर ਪੈਂਡੈਮਿਕ, ਜੀ, ਇਹ ਤਾਂ ਬਹੁਤ ਜ਼ਿਆਦਾ ਵੱਡੇ ਡਿਫਰੈਂਸ ਫਰਕ ਸੀਗਾ। ਯੈਸ, 3 ਮਿਲੀਅਨ ਉੱਥੇ 30 ਲੱਖ ਬੰਦਾ ਉੱਥੇ ਇਨਫੈਕਟਡ ਆ, ਔਰ ਹਲੇ ਵੀ ਉਹਨਾਂ ਨੂੰ ਪਰਵਾਹ ਕੋਈ ਨਹੀਂ। ਜਿਸ ਹਿਸਾਬ ਨਾਲ ਅਸੀਂ ਦੇਖਿਆ, ਇਹ ਇਕੱਲਾ ਅਮਰੀਕਾ ਨਹੀਂ, ਅੱਜ ਸਾਰੀ ਦੁਨੀਆ ਜਿਹੜੀ ਉਹਦੀ ਅੱਖਾਂ ਜਿਹੜੀਆਂ ਉਹ ਕੈਨੇਡਾ ਵੱਲ ਲੱਗੀਆਂ ਹੋਈਆਂ ਨੇ। ਔਰ ਉਸ ਤੋਂ ਬਾਅਦ ਜਿਹੜੀ ਸਕਿਲਡ ਵਰਕਰਸ ਨੇ, ਸਕਿਲਡ ਵਰਕਰਸ ਜਦੋਂ ਅਮਰੀਕਾ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਆਈ ਨਹੀਂ ਪਤਾ ਹੁੰਦਾ ਵੀ ਅੱਗੇ ਪੱਕੇ ਹੋਣਾ ਕਿ ਨਹੀਂ। ਕੈਨੇਡਾ ਕਹਿ ਰਹੇ ਨੇ ਵੀ ਜਿਹੜੇ ਹਾਈਲੀ ਐਜੂਕੇਟਿਡ ਲੋਕ ਨੇ, ਜਿਹੜੇ ਉੱਧਰ ਪੱਕੇ ਨਹੀਂ ਹੋ ਰਹੇ, ਉਹਨਾਂ ਨੂੰ ਵਾਪਸ ਕਿਉਂ ਭੇਜਣਾ, ਇੱਧਰ ਬੁਲਾ ਲਓ, ਤੁਸੀਂ ਇੱਧਰ ਆ ਜਾਓ, ਇੱਧਰ ਆ ਕੇ ਕੰਮ ਕਰੋ। ਵੈਰੀ ਗੁੱਡ। ਔਰ ਦੂਸਰੀ ਵੱਡੀ ਗੱਲ ਹੈ ਕਿ ਹੁਣ ਜਿਹੜੀ ਹਾਂਗਕਾਂਗ ਦੀ ਸਿਚੁਏਸ਼ਨ ਹੈ, ਹਾਂਗਕਾਂਗ ਦੀ ਸਿਚੁਏਸ਼ਨ ਇਸ ਟਾਈਮ ਬਹੁਤ ਮਾੜੀ ਹੈ ਜੀ। ਤੇ ਉਹਦੇ ਵਿੱਚ 2,15,000 ਹਾਂਗਕਾਂਗ ਦੇ ਜਿਹੜੇ ਜੰਮੇ ਪਲੇ ਲੋਕ ਨੇ ਉਹ ਕੈਨੇਡੀਅਨ ਸਿਟੀਜ਼ਨ ਨੇ। ਜੀ ਜੀ ਜੀ। ਉਹ ਲੇਕਿਨ ਜਦੋਂ ਹੋਏ ਸੀ ਨਾ, ਉਹ 1980s ਤੋਂ 1990s ਦੇ ਵਿੱਚ ਜਦੋਂ ਬ੍ਰਿਟਿਸ਼ ਦੇ ਵੱਲੋਂ ਹਾਂਗਕਾਂਗ ਨੂੰ ਵਾਪਸ ਦਿੱਤਾ ਗਿਆ ਸੀ, ਉਸ ਵਕਤ ਉਹ ਲੋਕ ਇੱਧਰ ਆਏ ਸੀ, ਲੇਕਿਨ ਉਸ ਤੋਂ ਬਾਅਦ ਵਾਪਸ ਚਲੇ ਗਏ ਸੀ। ਲੇਕਿਨ ਹੁਣ ਜਿਹੜੇ ਉੱਥੇ ਦੰਗੇ ਕਹਿ ਸਕਦੇ ਆਪਾਂ ਸ਼ੁਰੂ ਹੋਏ ਨੇ ਨਾ, ਉਸ ਤੋਂ ਬਾਅਦ ਹੁਣ ਲੋਕ ਇੱਧਰ ਨੂੰ ਭੱਜਣਾ ਚਾਹੁੰਦੇ ਨੇ। ਐਂਡ ਕੈਨੇਡਾ ਸਰਕਾਰ ਕਹਿ ਰਹੀ ਹੈ ਕਿ ਸਾਡੇ ਦਰਵਾਜ਼ੇ ਓਪਨ। ਬਿਕਾਜ਼ ਹਾਂਗਕਾਂਗ ਦੇ ਜਿਹੜੇ ਆਪਣੇ ਕਹਿ ਸਕਦੇ ਜਿਹੜੇ ਇਮੀਗ੍ਰੈਂਟਸ ਆ, ਇੱਥੇ ਉਹਨਾਂ ਦੀ ਜਿਹੜੀ ਪ੍ਰੈਜ਼ੈਂਸ ਹੈ ਇੰਨੀ ਸਟਰੋਂਗ ਨਹੀਂ ਗੀ। ਜੇ ਆਪਾਂ ਗੱਲ ਕਰੀਏ 2015 ਤੋਂ ਸਿਰਫ 900 ਬੰਦੇ ਉੱਥੋਂ ਇਮੀਗ੍ਰੇਟ ਹੋਏ ਸੀਗੇ, ਤੇ ਜੇ ਆਪਾਂ 2019 ਦੀ ਗੱਲ ਕਰਦੇ ਹਾਂ ਸਿਰਫ 1500। ਸੋ ਬਹੁਤ ਵੱਡਾ ਨੰਬਰ ਨਹੀਂ। ਜਿੱਦਾਂ ਆਪਾਂ US ਦੇ ਨੰਬਰ ਦੀ ਗੱਲ ਕਰਦੇ ਸੀ 600 ਲੈ ਕੇ 10,000, ਬਹੁਤ ਵੱਡਾ ਜੰਪ ਆ। ਪਰ ਜੇ ਆਪਾਂ 900 ਤੋਂ 1500 ਹਾਂਗਕਾਂਗ ਤੋਂ ਦੇਖੀਏ, ਉਹਨਾਂ ਦੀ ਪ੍ਰੈਜ਼ੈਂਸ ਬਹੁਤ ਘੱਟ ਆ ਇੱਥੇ। ਬਿਲਕੁਲ ਸੁਖੀ। ਪਰ ਜਿਹੜੀ ਹੁਣ ਉੱਥੇ ਸਿਕਿਉਰਿਟੀ ਲਾ ਦੇ ਕਰਕੇ ਤੁਸੀਂ ਇਹ ਦੇਖੋ ਵੀ ਹੁਣ ਹੋਇਆ ਕੀ ਸੀ ਸਾਰਾ, ਵੀ ਉਹਦੇ ਚੋਂ ਬ੍ਰਿਟਿਸ਼ ਨੇ ਇਹਨੂੰ ਵਾਪਸ ਫ੍ਰੀ ਕਰਤਾ ਪਹਿਲਾਂ ਹਾਂਗਕਾਂਗ ਨੂੰ। ਹੁਣ ਹਾਂਗਕਾਂਗ ਤੇ ਸਿਕਿਉਰਿਟੀ ਲਾ ਲਗਾ ਕੇ ਉਹ ਜਿਹੜਾ ਚਾਈਨਾ ਹੈ, ਚਾਈਨਾ ਨੇ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿਹੜਾ ਵੀ ਕੋਈ ਉੱਥੋਂ ਕੋਈ ਬੰਦਾ ਕੋਈ ਗਲਤ ਕੰਮ ਕਰੇਗਾ ਜਾਂ ਉਹਨੂੰ ਮੇਨ ਲੈਂਡ ਤੇ ਲਿਜਾਇਆ ਜਾ ਸਕਦਾ। ਰਾਈਟ। ਉਹ ਸਾਰੇ ਦੇ ਕਰਕੇ ਹੁਣ ਲੋਕ ਉੱਥੇ ਸੜਕਾਂ ਤੇ ਉਤਰੇ ਆਏ ਨੇ। ਲੋਕ ਕਹਿੰਦੇ ਨੇ ਵੀ ਇਹ ਸਾਡਾ ਰਾਈਟ ਹੈ ਵੀ ਅਸੀਂ ਆਪਣੀ ਕੰਟਰੀ ਦੇ ਵਿੱਚ ਤਾਂ ਫ੍ਰੀ ਹਾਂ। ਪਰ ਆਪਾਂ ਜਾਣਦੇ ਹਾਂ ਚਾਈਨਾ ਡੈਮੋਕ੍ਰੇਸੀ ਨੂੰ ਤਾਂ ਪਸੰਦ ਹੀ ਨਹੀਂ ਕਰਦਾ। ਰਾਈਟ। ਚਾਈਨਾ ਵੀ ਚਾਈਨਾ ਆ, ਅੱਗੇ ਜਾ ਕੇ ਚਾਈਨਾ ਦੀ ਵੀ ਆਪਾਂ ਗੱਲ ਕਰਦੇ ਹਾਂ। ਬਿਲਕੁਲ। ਸੋ ਇਸ ਕਰਕੇ ਹੁਣ ਜਿਹੜੀ ਹੈ ਇਮੀਗ੍ਰੇਸ਼ਨ ਹੈ ਨਾ, ਹੁਣ ਜੇ ਸਹੀ ਮਾਇਨਿਆਂ 'ਚ ਵੇਖਿਆ ਜਾਵੇ, ਹਾਲਾਤ ਉੱਥੇ ਤੱਕ ਪਹੁੰਚ ਰਹੇ ਨੇ ਵੀ ਜੇ ਹਾਂਗਕਾਂਗ ਦੇ ਲੋਕ ਇੱਥੇ ਅਸਾਈਲਮ ਵੀ ਅਪਲਾਈ ਕਰਨਗੇ ਨਾ ਕੈਨੇਡਾ 'ਚ ਆ ਕੇ, ਤਾਂ ਵੀ ਗ੍ਰਾਂਟ ਹੋਣਗੇ। ਕਿਉਂਕਿ ਰੈਫਿਊਜੀਜ਼ ਆਪਾਂ ਜਾਣਦੇ ਆ ਬਹੁਤ ਕੇਸਿਸ ਇੱਥੇ ਹੁੰਦੇ ਆ, ਤੇ ਬਹੁਤ ਹੁਣ ਆਈ ਥਿੰਕ ਯੂ ਨੋ ਦੇ ਆਰ ਰੀਲੀ ਲੀਨੀਅੰਟ ਅੱਜ ਕੱਲ੍ਹ, ਹੈ ਨਾ। ਬਿਲਕੁਲ। ਔਰ ਰੇਸਿਸ ਇਹ ਜਿਹੜਾ ਨਾ, ਇਹ ਸਾਰਾ ਜਿਹੜਾ ਅਸਾਈਲਮ ਹੈ ਇਹ ਸਿਰਫ 5 ਗਰਾਊਂਡਸ ਤੇ ਹੁੰਦਾ। ਰੇਸ, ਰਿਲੀਜਨ, ਪੋਲੀਟੀਕਲ ਓਪੀਨੀਅਨ। ਆ ਜਿਹੜਾ ਤੀਜਾ ਵੱਡੀ ਚੀਜ਼ ਹੈ ਨਾ, ਪੋਲੀਟੀਕਲ ਓਪੀਨੀਅਨ, ਇੱਥੇ ਆ ਕੇ ਉਹ ਲੋਕ ਸਾਰੇ ਦੇ ਸਾਰੇ ਜਿਹੜੇ ਨੇ ਇੱਧਰ
ਉਹ ਦੇਖ ਸਕਦੇ ਨੇ ਵੀ ਹਾਂਜੀ ਸਾਨੂੰ ਅਸਾਈਲਮ ਮਿਲ ਸਕਦਾ। ਹਾਂ ਕਿ ਇਸ ਵੇਲੇ ਬਹੁਤ ਸਟਰੋਂਗ ਹੈ ਉਹਨਾਂ ਦਾ ਬਹੁਤ ਜ਼ਿਆਦਾ ਸਟਰੋਂਗ ਹੈ ਔਰ ਰੇਸ ਤੇ ਰਿਲੀਜਨ ਕਰਕੇ ਉਹਨਾਂ ਦੀ ਆਪਣੀ ਉਹਦੇ ਕਰਕੇ ਵੀ ਉੱਤੋਂ ਸਭ ਤੋਂ ਵੱਡਾ ਜਿਹੜਾ ਫੈਕਟਰ ਹੈ ਉਹ ਹੈ ਟਾਰਚਰ ਜੀ। ਟਾਰਚਰ ਕਰਕੇ ਵੀ ਜੇ ਅੱਜ ਉਹ ਲੋਕ ਐਕਸਪ੍ਰੈਸ ਐਂਟਰੀਜ਼ ਤਾਂ ਨੋ ਮੈਟਰ ਵਾਟ ਉਹ ਆ ਸਕਦੇ ਨੇ, ਉਹਨਾਂ ਕੋਲੇ ਪੈਸਾ ਬਹੁਤ ਹੈ ਉਹ ਤਾਂ ਵੀ ਆ ਸਕਦੇ ਨੇ। ਲੇਕਿਨ ਅੱਜ ਦਾ ਸਮਾਂ ਇਹ ਜਿਹਾ ਹੈ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਅੱਜ ਦਾ ਅਸਾਈਲਮ ਵੀ ਅਪਰੂਵ ਹੋਣਗੇ ਇੱਥੇ। ਸੋ ਵਟ ਇਜ਼ ਦ ਮੀਨ ਫॉर ਕੈਨੇਡੀਅਨ ਇਕੋਨਮੀ? ਇਹ ਤੁਹਾਡੇ ਕੀ ਖਿਆਲ ਹੈ ਵੀ ਜਿਹੜੇ ਇਹ ਆਪਾਂ ਇੰਨੀਆਂ ਡੋਰਸ ਖੋਲ੍ਹਣੀਆਂ ਆ, ਠੀਕ ਹੈ USA ਵਾਲਿਆਂ ਨੂੰ ਆਪਾਂ ਖੋਲ੍ਹ ਸਕਦੇ, ਆਪਾਂ ਕਹਿ ਸਕਦੇ ਹੋ ਪੜ੍ਹੇ ਲਿਖੇ ਆ, ਇੱਥੇ ਆ ਕੇ ਉਹ ਕੰਮ ਵੀ ਕਰ ਸਕਦੇ ਆ, ਸਾਡੇ ਸੋਚ ਵੀ ਮਿਲਦੇ ਆ, ਪਰ ਜਦੋਂ ਆਪਾਂ ਹੋਰ ਕੰਟਰੀਜ਼ ਨੂੰ ਖੋਲ੍ਹਦੇ ਆ ਆਪਣੇ ਡੋਰਸ, ਖਾਸ ਕਰਕੇ ਜਿਹੜੇ ਹੁਣ ਪੋਲੀਟੀਕਲ ਕੇਸਿਸ ਦੇ ਆ ਰਹੇ ਆ, ਦੇਰ ਨਿਊ ਟੂ ਕੈਨੇਡਾ, ਵਟਸ ਦੈਟ ਗੋਇੰ ਟੂ ਮੀਨ ਫॉर ਕੈਨੇਡਾ? ਸੁਖੀ ਇਹ ਬਹੁਤ ਹੀ ਵਧੀਆ ਕੁਐਸਚਨ ਹੈ ਤੁਹਾਡਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਨੀਡ ਮੋਰ ਇਮੀਗ੍ਰੈਂਟਸ ਪੀਰੀਅਡ। ਇਹ ਸਭ ਤੋਂ ਪਹਿਲੀ ਗੱਲ ਹੈ ਕਿਉਂਕਿ ਸਾਡੇ ਇੱਥੇ ਬਰਥ ਰੇਟ ਹੈ ਨਹੀਂ। ਜੇ ਬਰਥ ਰੇਟ ਸਾਡੇ ਕੋਲੇ, ਅਸੀਂ ਤਾਂ ਇਸ ਸਿਚੁਏਸ਼ਨ ਦੇ ਵਿੱਚ ਅਸੀਂ ਕੈਨੇਡੀਅਨਸ ਵੀ, ਅਸੀਂ ਤਾਂ ਬੱਚੇ ਜਿੰਨੇ ਹੈਗੇ ਨੇ ਹੁਣ, ਜਿੰਨੀ ਪਾਪੂਲੇਸ਼ਨ ਹੈ ਅਸੀਂ ਤਾਂ ਉਨੀ ਵੀ ਪੂਰੀ ਨਹੀਂ ਕਰ ਪਾ ਰਹੇ। ਜਦੋਂ ਅਸੀਂ 2.1 ਟਾਈਮਸ ਇੱਕ ਜਨਾਨੀ ਬੱਚੇ ਨਹੀਂ ਜੰਮਦੀ ਹੈਗੀ, ਇੱਥੇ 1.5 ਜੰਮ ਰਹੀ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ? ਬੰਦੇ ਸਾਨੂੰ ਬਾਹਰੋਂ ਚਾਹੀਦੇ ਨੇ। ਅਮਰੀਕਨਸ ਆ ਜਾਣ ਤਾਂ ਵੀ ਠੀਕ ਹੈ, ਲੇਕਿਨ ਜਿਹੜੇ ਬਾਕੀ ਕੰਟਰੀਜ਼ ਦੇ ਵਿੱਚ ਨੇ ਨਾ ਸਾਰੀ, ਜੇ ਸਾਰੀ ਦੁਨੀਆ ਤੋਂ ਇੱਥੇ ਲੋਕ ਆਉਣਗੇ ਤਾਂ ਉਹ ਮਲਟੀ ਕਲਚਰਲਿਜ਼ਮ ਜਿਹੜਾ ਹੋਏਗਾ ਉਹ ਜ਼ਿਆਦਾ ਵਧੀਆ ਹੋਏਗਾ। ਅੱਛਾ US ਜਿਹੜਾ ਉਹ ਕੈਨੇਡਾ ਨਾਲੋਂ ਇਸ ਹਿਸਾਬ ਨਾਲ ਕਿਉਂ ਚੱਲ ਰਿਹਾ ਹਮੇਸ਼ਾ, ਅਸੀਂ ਉਹਨੂੰ ਫੋਲੋ ਕਿਉਂ ਕਰਦੇ ਹਾਂ? ਸਭ ਤੋਂ ਪਹਿਲੀ ਗੱਲ ਹੈ ਵੀ ਉੱਥੇ ਪਾਪੂਲੇਸ਼ਨ ਹੈ। ਪਾਪੂਲੇਸ਼ਨ ਹੈ। ਦੂਜੀ ਵੱਡੀ ਗੱਲ ਜ਼ਰੂਰ ਹੈ ਵੀ ਹਾਂ ਉਹਨਾਂ ਦਾ ਗ੍ਰੀਨ ਜਿਹੜਾ ਉਹ ਸਾਰੀ ਦੀ ਸਾਰੀ ਦੁਨੀਆ ਦੇ ਵਿੱਚ ਚੱਲਦਾ ਹੈ, ਲੇਕਿਨ ਸਭ ਤੋਂ ਮੇਨ ਗੱਲ ਉੱਥੇ ਪਾਪੂਲੇਸ਼ਨ ਹੈ। ਉੱਥੇ ਚੀਜ਼ਾਂ ਸਾਡੇ ਨਾਲੋਂ ਸੇਮ ਚੀਜ਼ਾਂ ਕੈਨੇਡਾ ਨਾਲੋਂ ਉੱਥੇ ਸਸਤੀਆਂ ਕਿਉਂ ਨਹੀਂ? ਕਿਉਂਕਿ ਉਹ ਬਲਕ ਦੇ ਵਿੱਚ ਬਾਏ ਹੁੰਦੀਆਂ ਨੇ, ਬਲਕ 'ਚ ਬਾਏ ਹੋ ਕੇ ਉੱਥੇ ਆਈਆਂ। ਉਹਨਾਂ ਦੀ ਸੇਵ ਵੀ ਸਾਰੀ ਦੁਨੀਆ 'ਚ ਉਹਨਾਂ ਦੀ ਪਾਪੂਲੇਸ਼ਨ ਕਰਕੇ ਵੀ ਹੈਗੀ ਹੈ। ਹੁਣ ਉੱਥੇ ਚਾਈਨਾ ਦੀ ਨੰਬਰ 1 ਤੇ ਹੈ, ਨੰਬਰ 2 ਜਿਹੜਾ ਉਹ ਇੰਡੀਆ ਆ ਗਿਆ, ਨੰਬਰ 3 ਅਮਰੀਕਾ ਹੈ। ਆਪਣੇ ਕੋਲੇ ਉਹਨਾਂ ਦੇ ਮੁਕਾਬਲੇ ਪਾਪੂਲੇਸ਼ਨ 11 ਟਾਈਮਸ ਘੱਟ ਹੈ, 10-11 ਟਾਈਮਸ। ਵੀ ਨੀਡ ਮੋਰ ਪਾਪੂਲੇਸ਼ਨ। ਇੱਥੇ ਜਿੰਨੇ ਛੋਟੇ ਛੋਟੇ ਆਪਣੇ ਪ੍ਰੋਵਿੰਸ ਨੇ ਨਾ PEI ਦੇ ਵਿੱਚ ਹੋਰ ਨੇ, ਇਹ ਸਾਰੇ ਬਿਜ਼ਨੈਸਿਸ ਬੇਸਿਕਲੀ ਬੰਦ ਹੋ ਰਹੇ ਨੇ ਕਿਉਂਕਿ ਲੋਕ ਰਿਟਾਇਰ ਹੋ ਰਹੇ ਨੇ। ਹਾਂ, ਐਂਡ ਦੇ ਨੀਡ ਸਕਿਲਡ ਵਰਕਰਸ। ਦੇ ਨੀਡ ਸਕਿਲਡ ਵਰਕਰਸ, ਦੇ ਨੀਡ ਵਰਕਰਸ, ਦੈਟਸ ਇਟ ਪੀਰੀਅਡ। ਦੇ ਨੀਡ 2 ਹੈਂਡਸ ਟੂ ਵਰਕ। ਰਾਈਟ, ਲੇਬਰ ਵਾਲੇ ਘੱਟ ਆ, ਲੇਬਰ ਵੀ ਘੱਟ ਹੈ। ਤੇ ਵੈਸੇ ਤਾਂ ਆਪਣੀ ਸਿਸਟਮ ਜਿਹੜਾ ਇਮੀਗ੍ਰੇਸ਼ਨ ਬਹੁਤ ਵਧੀਆ ਹੈ ਕਿ ਇੱਥੇ ਹਾਈਲੀ ਸਕਿਲਡ ਵਰਕਰ ਆਉਂਦੇ ਨੇ, ਬਟ ਸਾਨੂੰ ਲੇਬਰਰਸ ਵੀ ਨਾਲ ਚਾਹੀਦੇ। ਜੀ ਬਿਲਕੁਲ, ਹਰ ਇੱਕ ਤਰ੍ਹਾਂ ਦਾ ਬੰਦਾ ਚਾਹੀਦਾ ਸਾਨੂੰ। ਬੰਦੇ ਇਸ ਟਾਈਮ ਸਿਰਫ ਇਹ ਠੀਕ ਹੈ 30 ਤੋਂ 40 ਹਜ਼ਾਰ ਪਰ ਮੰਥ ਬੁਲਾਉਂਦੇ ਨੇ ਇੱਥੇ, ਲੇਕਿਨ ਇਦੋਂ ਤਾਂ ਕਿਤੇ ਜ਼ਿਆਦਾ ਚਾਹੀਦੇ ਨੇ। ਐਂਡ ਆਈ ਐਮ ਸ਼ੋਰ ਇਹ ਜਦੋਂ ਵੀ ਕੈਨੇਡਾ ਨੇ ਡੋਰਸ ਖੋਲ੍ਹੀਆਂ ਆਪਾਂ ਸਰਜ ਤਾਂ ਦੇਖਣਾ ਹੀ ਦੇਖਣਾ ਆ। ਸੋ ਕਿ ਬਹੁਤ ਸਾਰੇ ਲੋਕ ਨਾ ਇੱਥੇ ਆਏ ਸੋਚ ਰਹੇ ਨੇ ਵੀ ਇਮੀਗ੍ਰੇਸ਼ਨ ਹੋਣੀ ਨਹੀਂ ਚਾਹੀਦੀ, ਸਾਡੇ ਜਵਾਕਾਂ ਨੂੰ ਤਾਂ ਜੌਬ ਨਹੀਂ ਮਿਲਦੀ। ਇਹ ਇੱਥੇ ਦੀ ਬਹੁਤ ਵੱਡੀ ਸੋਚ ਹੈ ਜੀ। ਬਟ ਜਦੋਂ ਜ਼ਿਆਦਾ ਲੋਕ ਵਧਣਗੇ ਉਨੀਆਂ ਚੀਜ਼ਾਂ ਵੀ ਤਾਂ ਨਵੀਆਂ ਬਣਨਗੀਆਂ, ਇਨਫਰਾਸਟ੍ਰਕਚਰ ਵੀ ਬਣੂਗਾ, ਉਹਨੇ ਗਰੋਸਰੀ ਸਟੋਰ ਬਣਨਗੇ, ਉਹਨੇ ਘਰ ਬਣਨਗੇ, ਉਹਨੇ ਬਿਜ਼ਨਸ ਖੁੱਲਣਗੇ, ਸਾਡੀ ਇਕੋਨਮੀ ਗਰੋ ਹੋਏਗੀ ਉਹਦੇ ਨਾਲ। ਵੈਰੀ ਗੁੱਡ ਪੁਆਇੰਟ, ਵੈਰੀ ਗੁੱਡ ਪੁਆਇੰਟ। ਯੈਸ। ਸੋ ਥੋੜ੍ਹੀ ਜਿਹੀ ਆਪਾਂ ਗੱਲ ਕਰਦੇ ਹਾਂ ਮਲਟੀਕਲਚਰਲਿਜ਼ਮ। ਆਪਾਂ ਜਾਣਦੇ ਹਾਂ ਕਿ ਕਾਫੀ ਦੁਨੀਆ ਦੇ ਵੱਖ-ਵੱਖ ਇੱਥੇ ਆਪਣੇ ਹੈਗੇ ਇਮੀਗ੍ਰੈਂਟਸ ਹੈਗੇ ਆ। ਜੇ ਆਪਾਂ ਗੱਲ ਕਰੀਏ ਇਸ ਸੈਟਰਡੇ ਵੈਂਕੂਵਰ ਦੇ ਵਿੱਚ ਸਾਡੇ ਜਿਹੜੇ ਇੱਥੇ ਇੱਕ ਗਰੁੱਪ ਆ, ਐਂਡ ਦੇ ਆਰ ਕਾਲਡ ਫਰੈਂਡਸ ਆਫ ਕੈਨੇਡਾ ਇੰਡੀਆ ਆਰਗੇਨਾਈਜੇਸ਼ਨ। ਉਹਨਾਂ ਨੇ ਇੱਕ ਪ੍ਰੋਟੈਸਟ ਕੀਤੀ ਸੀਗੀ ਆਰਗੇਨਾਈਜ਼, ਐਂਡ ਉਹ ਖਾਸ ਕਰਕੇ ਚਾਈਨੀਜ਼ ਐਮਬੈਸੀ ਦੇ ਮੋਹਰੇ ਸੀਗੇ। ਸੈਟਰਡੇ ਪ੍ਰੋਟੈਸਟ ਉੱਥੇ ਇਕੱਠੇ ਹੋਏ ਸੀਗੇ ਅਤੇ ਉਹ ਰਿਲੀਜ਼ ਵਾਸਤੇ ਲੌਬੀ ਕਰ ਰਹੇ ਆ 2 ਮਾਈਕਲਸ ਜਿਹੜੇ ਇਸ ਵੇਲੇ 550 ਦਿਨ ਹੋ ਗਏ ਉਹਨਾਂ ਨੂੰ ਚਾਈਨਾ ਦੇ ਵਿੱਚ ਕੈਦ ਹੋਇਆ ਨੂੰ। ਸੋ ਕੈਨੇਡੀਅਨ ਮਾਈਕਲ ਸਪਾਰਵਰ ਐਂਡ ਮਾਈਕਲ ਕੋਵਰਿਗ, ਇਹ ਇਹਨਾਂ ਨੂੰ ਸਾਲ ਹੋ ਗਿਆ ਚਾਈਨਾ ਦੇ ਵਿੱਚ ਬੈਠਿਆਂ ਨੂੰ, ਅਤੇ ਉਹਨਾਂ ਨੂੰ ਅਕਿਊਜ਼ ਕੀਤਾ ਗਿਆ ਆ ਕਿ ਇਹਨਾਂ ਨੇ ਜਿਹੜੇ ਸਟੇਟ ਦੀ ਸੀਕਰਟਸ ਆ ਉਹ ਇਹਨਾਂ ਨੇ ਚੋਰੀਆਂ ਕੀਤੀਆਂ। ਅਤੇ ਕਹਿੰਦੇ ਵੀ ਪਿਛਲੇ ਮਹੀਨੇ ਆਪਾਂ ਜਾਣਦੇ ਹਾਂ ਇੱਕ ਕੈਨੇਡੀਅਨ ਜੋ ਇੱਥੇ ਹਾਊਸ ਅਰੈਸਟ ਦੇ ਉੱਤੇ ਚਾਈਨੀਜ਼ ਦੀ ਇੱਕ ਔਰਤ ਆ, ਮੈਂਗ ਵਾਨਜ਼ੂ, ਇਸ ਵੇਲੇ ਸ਼ੀ ਇਜ਼ ਫੇਸਿੰਗ ਐਕਸਟ੍ਰੈਡੀਸ਼ਨ ਟੂ ਦ USA ਔਨ ਐਲੀਗੇਸ਼ਨਸ that she helped Hawaii violate American sanctions against Iran. So ਬਹੁਤ ਵੱਡਾ ਉਹਦੇ 'ਤੇ ਜੋ ਇਲਜ਼ਾਮ ਲਾਇਆ ਗਿਆ ਆ। ਅਤੇ ਜਦੋਂ ਇਹ ਗੱਲ ਕੀਤੀ ਗਈ ਆ ਪ੍ਰੋਟੈਸਟ ਦੇ ਵਿੱਚ, ਇੱਕ ਮਨਿੰਦਰ ਸਿੰਘ ਗਿੱਲ ਆ ਜੋ ਇਹ ਫਰੈਂਡਸ ਆਫ ਕੈਨੇਡਾ ਇੰਡੀਅਨ ਆਰਗੇਨਾਈਜੇਸ਼ਨ ਦੇ ਨਾਲ ਆ, ਉਹ ਕਹਿੰਦੇ ਵੀ ਉਹਨਾਂ ਨੂੰ ਜਿਹੜੇ ਦੋਨੇ ਮਾਈਕਲਸ ਵੀ ਉਹਨਾਂ ਨੂੰ ਰਿਲੀਜ਼ ਕੀਤਾ ਜਾਣਾ ਚਾਹੀਦਾ ਆ। ਸੋ ਇਹ ਕਹਿੰਦੇ ਵੀ ਵੀ ਨੀਡ ਟੂ ਸਟਾਰਟ ਸਟੈਂਡਿੰਗ ਅਪ ਫॉर ਥੀਸ ਮੈਨਸ ਰਿਲੀਜ਼ ਇਨ ਕੈਨੇਡਾ, ਕਰਕੇ ਕਹਿੰਦੇ ਇਸ ਵੇਲੇ ਜਿਹੜਾ ਚਾਈਨਾ ਆ ਉਹ ਪੂਰੀ ਦੁਨੀਆ ਨੂੰ ਬੁਲੀ ਕਰ ਰਿਹਾ ਆ।
ਐਂਡ ਕਹਿੰਦੇ ਵੀ ਵਾਂਟ ਟੂ Seriously? ਸੈਂਡ ਅ ਸਟਰੋਂਗ ਮੈਸੇਜ ਟੂ ਦ ਚਾਈਨੀਜ਼ ਗਵਰਨਮੈਂਟ ਹਾਂ ਕਿ ਤੁਸੀਂ ਕੀ ਕਰ ਰਹੇ ਆ ਵੀ ਤੁਸੀਂ ਸਾਰੀ ਦੁਨੀਆ ਨਾਲ ਬੇਇਨਸਾਫੀ ਕਰ ਰਹੇ ਆ ਕਿ ਤੁਸੀਂ ਡੈਮੋਕ੍ਰੇਸੀ ਦੇ ਵਾਰ ਖਿਲਾਫ ਆ ਤੁਸੀਂ ਕੀ ਕਰ ਰਹੇ ਆ ਆਪਾਂ ਜਾਣਦੇ ਆ ਵੀ ਇੰਡੀਆ ਦੇ ਨਾਲ ਉਹਨਾਂ ਦੇ ਜਿਹੜੇ ਰਿਲੇਸ਼ਨਸ ਆ ਉੱਥੇ ਵੀ ਕੀ ਪ੍ਰੋਬਲਮ ਪਈ ਆ ਐਂਡ ਯੂ نو ਹੁਣ ਜਿਹੜੇ ਸਿਕਿਉਰਿਟੀ ਲਾਅ ਆ ਹਾਂਗਕਾਂਗ ਦੇ ਵਿੱਚ ਲੈ ਕੇ ਉਹਦੇ ਵਿੱਚ ਵੀ ਪ੍ਰੋਬਲਮਸ ਪੈ ਰਹੀਆਂ ਵੀ ਤੁਸੀਂ ਕਰ ਕੀ ਰਹੇ ਆ ਓ ਮਾਈ ਗॉड ਸੋ ਕਿ ਚਾਈਨਾ ਦੇ ਵਿੱਚ ਨਾ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਇਸ ਟਾਈਮ ਸਿਕਿਉਰਿਟੀ ਲਾਅ ਵਾਲੀ ਜਿਹੜੀ ਖੜੀ ਹੋਈ ਵੀ ਹੈ ਚਾਈਨਾ ਨੂੰ ਹੁਣ ਆਏ ਲੱਗਣ ਲੱਗ ਗਿਆ ਹੈ ਇਹ ਸਾਰੇ ਤੋਂ ਬਾਅਦ ਵੀ ਪਤਾ ਨਹੀਂ ਮੈਂ ਕੀ ਚੀਜ਼ ਆ ਜੀ ਅਮਰੀਕਾ ਨਾਲ ਪੰਗਾ ਲਿਆ ਤਾਂ ਵੀ ਠੀਕ ਹੈ ਉਹ ਕਹਿੰਦੇ ਮੈਂ ਉੱਥੇ ਵੀ ਲੈ ਲੈਣਾ ਇੰਡੀਆ ਨਾਲ ਪੰਗਾ ਲਿਆ ਤਾਂ ਵੀ ਮੈਂ ਠੀਕ ਹਾਂ ਜੇ ਕੈਨੇਡਾ ਹੈ ਉਹਨੂੰ ਧਮਕੀਆਂ ਦਿੱਤੀਆਂ ਤਾਂ ਵੀ ਮੈਂ ਠੀਕ ਹਾਂ ਜੇ ਉਸ ਤੋਂ ਬਾਅਦ ਤਿੱਬਤ ਵਾਲੇ ਪਾਸੇ ਜੇ ਅਸੀਂ ਨਹੀਂ ਕਿਸੇ ਬੰਦੇ ਦਾ ਸੋਚ ਰਹੇ ਹੈਗੇ ਤਾਂ ਵੀ ਮੈਂ ਠੀਕ ਹਾਂ ਹਾਂਗਕਾਂਗ ਦੇ ਵਿੱਚ ਜਿਹੜੇ ਲੋਕ ਨੇ ਆਪਣੀ ਕੰਟਰੀ ਦੇ ਵਿੱਚ ਤੁਸੀਂ ਉਹਨੂੰ ਕਹਿੰਦੇ ਹੋ ਵੀ ਉਹ ਐਕਸਟ੍ਰਾਡਿਟ ਕਰਕੇ ਤੇ ਤੁਸੀਂ ਆਪਣੀ ਮੇਨਲੈਂਡ ਤੇ ਠੀਕ ਹੋਗੇ ਤਾਂ ਵੀ ਮੈਂ ਠੀਕ ਹਾਂ ਹਰ ਪਾਸੇ ਇਹ ਤਾਂ ਗੁੰਡਾਗਰਦੀ ਹੈ ਹਾਂ ਪੱਕੀ 100% ਇਹ ਤਾਂ ਗੁੰਡਾਗਰਦੀ ਹੈ ਜਦੋਂ ਤਾਂ ਤੁਸੀਂ ਇੱਕ ਗੱਲ ਨੋਟਿਸ ਕੀਤੀ ਵੀ ਜਦੋਂ ਪਹਿਲਾਂ ਪਿੱਛੇ ਜੇ ਐਪਸ ਬੰਦ ਕੀਤੀਆਂ ਇੰਡੀਆ ਨੇ ਔਰ ਉਹੀ ਐਪਸ ਜਿਹੜੀਆਂ ਨੇ ਜਿਹੜੀ ਐਪ ਖਾਸ ਬੰਦ ਹੋਈ ਸੀ ਟਿਕਟੌਕ ਯੈਸ ਉਹ ਐਪ ਦੀ ਹੁਣ ਗੱਲਬਾਤ ਯੂਐਸ ਦੇ ਵਿੱਚ ਵੀ ਚੱਲ ਰਹੀ ਹੈ ਵੀ ਉਹਨਾਂ ਨੇ ਇੱਕ ਬਿੱਲ ਰੱਖਿਆ ਹੋਇਆ ਵੀ ਸਾਰੇ ਜਿੰਨੇ ਸਾਡੇ ਗਵਰਨਮੈਂਟ ਆਫੀਸ਼ੀਅਲਸ ਨੇ ਉਹਨਾਂ ਨੂੰ ਟਿਕਟੌਕ ਤੋਂ ਲਾਓ ਕਿਉਂਕਿ ਸਾਰੀ ਇਨਫੋਰਮੇਸ਼ਨ ਚਾਈਨਾ ਦੇ ਕੋਲ ਜਾਂਦੀ ਜੀ ਬਿਲਕੁਲ ਉਹਨਾਂ ਕੋਲ ਉਦੋਂ ਪਹੁੰਚਦੀ ਹੈ ਚਾਈਨਾ ਨੇ ਹੁਣ ਰੌਲਾ ਪਾ ਲਿਆ ਕਹਿੰਦੇ ਅੰਤਰਰਾਸ਼ਟਰੀ ਕਾਨੂੰਨ ਹੈ ਜਿਹੜਾ ਉਹ ਇਹ ਉਲੰਘਣਾ ਕਰਦੇ ਹੋ ਵੀ ਤੁਸੀਂ ਕੀ ਕਰਦੇ ਹੋ ਤੁਸੀਂ ਜਦੋਂ ਕੈਨੇਡਾ ਨੂੰ ਧਮਕੀਆਂ ਦਿੰਦੇ ਹੋ ਉਦੋਂ ਅੰਤਰਰਾਸ਼ਟਰੀ ਕਾਨੂੰਨ ਨਹੀਂ ਆਉਂਦਾ ਜਦੋਂ ਅਮਰੀਕਾ ਨੂੰ ਦਿੰਦੇ ਹੋ ਤੁਸੀਂ ਤਿੱਬਤ ਨੂੰ ਦਿੰਦੇ ਹੋ ਤੁਸੀਂ ਇੰਡੀਆ ਦੇ ਨਾਲ ਤੁਸੀਂ ਇਹ ਜਿਹੜੀ ਹੈਗੀ ਲੜਾਈ ਛੇੜ ਰੱਖੀ ਹੈ ਉਦੋਂ ਬਾਅਦ ਤੁਸੀਂ ਜਾ ਕੇ ਇੰਡੀਆ ਨੂੰ ਕਵਰ ਕਰਨ ਨੂੰ ਤੁਸੀਂ ਜਾ ਕੇ ਉੱਥੇ ਸ਼੍ਰੀਲੰਕਾ ਦੇ ਵਿੱਚ ਆਪਣਾ ਉੱਥੇ ਥਾਂ ਬਣਾ ਰਹੀ ਹੈ ਉਹ ਸਾਰੇ ਦੇ ਵਿੱਚ ਇੰਟਰਨੈਸ਼ਨਲ ਕਾਨੂੰਨ ਨਹੀਂ ਆਇਆ ਹੈਗਾ ਜਦੋਂ ਟਿਕਟੌਕ ਹੋ ਗਈ ਉਦੋਂ ਇੰਟਰਨੈਸ਼ਨਲ ਕਾਨੂੰਨ ਆ ਗਿਆ ਇਹਨਾਂ ਨੇ ਤਾਂ ਤਬਾਹੀ ਮਚਾ ਰੱਖੀ ਹੈ ਸਾਰੇ ਪਾਸੇ ਤੇ ਯੂ نو ਮੈਨੂੰ ਲੱਗਦਾ ਨਾ ਕਿਤੇ ਸਾਡੀ ਗਵਰਨਮੈਂਟਸ ਵੀ ਫੇਲ ਹੋ ਰਹੀਆਂ ਦੇ ਲੈਟਿੰਗ them do it ਹੁਣ ਜੇ ਆਪਾਂ ਗੱਲ ਕਰਦੇ ਆ ਸਾਡੇ ਦੋ ਕੈਨੇਡੀਅਨ ਸਿਟੀਜ਼ਨਸ ਦੋਨੇ ਮਾਈਕਲਸ ਉੱਥੇ ਚਾਈਨਾ ਦੇ ਵਿੱਚ ਇਸ ਵੇਲੇ ਬੈਠੇ ਆ ਜੇਲ੍ਹ ਦੇ ਵਿੱਚ ਬੈਠੇ ਆ ਤੇ ਜਿਹੜੀ ਚਾਈਨਾ ਦੀ ਸਿਟੀਜ਼ਨ ਆ ਉਹ ਇਸ ਵੇਲੇ ਹਾਊਸ ਅਰੈਸਟ ਤੇ ਮੌਜਾਂ ਮਾਣਦੀ ਆ Exactly. ਇੱਥੇ ਫਿਰ ਸਾਡੀ ਗਵਰਨਮੈਂਟ ਕਿੱਥੇ ਫੇਲ ਹੋ ਰਹੀ ਹੈ ਐਂਡ ਯੂ نو ਆਹ ਜਿਹੜੇ ਪ੍ਰੋਟੈਸਟ ਕੀਤੇ ਆ ਕਹਿੰਦੇ ਵੀ ਯੂ نو ਆਰ ਗਵਰਨਮੈਂਟ ਨੀਡਸ ਅਵੇਕਨਿੰਗ ਟੂ ਚਾਈਨੀਜ਼ ਗਵਰਨਮੈਂਟ ਨੂੰ ਵੀ ਇੱਕ ਲੈਸਨ ਟੀਚ ਕਰਨਾ ਚਾਹੀਦਾ ਪਰ ਯੂ نو ਸਾਡੀ ਗਵਰਨਮੈਂਟ ਵੀ ਇਸ ਵੇਲੇ ਫੇਲ ਹੋ ਰਹੀ ਆ ਵੀ ਨੀਡ ਅ ਸਟਰੋਂਗ ਮੈਸੇਜ ਕਿ ਯੂ نو ਉਹਨੂੰ ਰਿਲੀਜ਼ ਕਰੋ ਤੁਸੀਂ ਕੀ ਕਰ ਰਹੇ ਆ ਇਸ ਵੇਲੇ ਬਿਲਕੁਲ ਸਹੀ ਗੱਲ ਇਟਸ ਵੈਰੀ ਸੈਡ ਸਿਚੁਏਸ਼ਨ ਰਾਈਟ ਨਾਓ ਖਾਸ ਕਰਕੇ ਉਹਨਾਂ ਲਈ ਕਿਉਂਕਿ ਹੁਣ ਉਸ ਟਾਈਮ ਇੱਕ ਕੰਟਰੀ ਆ ਉਹਨਾਂ ਦੀ ਦੋ ਸਿਸਟਮ ਨੇ ਇੱਕ ਹਾਂਗਕਾਂਗ ਦਾ ਸਿਸਟਮ ਹੈ ਇੱਕ ਚਾਈਨਾ ਦਾ ਸਿਸਟਮ ਹੈ ਉਹਨਾਂ ਦੋਨਾਂ ਨੂੰ ਇੱਕ ਦੂਜੇ ਦਾ ਰਿਗਾਰਡ ਕਰਨਾ ਚਾਹੀਦਾ ਨਾ ਕਿ ਉਹਨੂੰ ਬੁਲੀ ਕਰਨਾ ਚਾਹੀਦਾ ਹਾਂ ਕਿਉਂਕਿ ਉਹ ਜਦੋਂ ਹੁਣ ਸਾਡੀ ਕੈਨੇਡੀਅਨ ਗਵਰਨਮੈਂਟ ਕਹਿੰਦੀ ਵੀ ਤੁਸੀਂ ਇਹਨਾਂ ਨੂੰ ਦੋਨਾਂ ਨੂੰ ਰਿਲੀਜ਼ ਕਰੋ ਉਹ ਕਹਿੰਦੀ ਵੀ ਜਿਹੜੀ ਸਾਡੀ ਹਾਊਸ ਅਰੈਸਟ ਤੇ ਬੈਠੀ ਆ ਉਹਨੂੰ ਵੀ ਇੱਧਰ ਭੇਜੋ ਸੋ ਉਹਨਾਂ ਦਾ ਪਹਿਲਾਂ ਇੱਧਰ ਜ਼ਿਕਰ ਹੁੰਦਾ ਦੇ ਟ੍ਰਾਈਂਗ ਟੂ ਮੇਕ ਅ ਡੀਲ ਬਟ ਆਈ ਮੀਨ ਇਟਸ ਨਾਟ ਵਰਕਿੰਗ ਰਾਈਟ ਨਾਓ ਬਟ ਯੂ نو ਅਫਸੋਸ ਹੈ ਕਿ ਸਾਡੀ ਜਿਹੜੀ ਰੈਲੀਜ਼ ਹੁੰਦੇ ਆ ਚਾਈਨੀਜ਼ ਐਮਬੈਸੀ ਦੇ ਮੋਰੇ ਹੋ ਰਿਹਾ ਵੀ ਯੂ نو देयर ਵੌਇਸ ਇਜ਼ ਨਾਟ ਬੀਇੰਗ ਹਰਡ That's right. Yes. That's really sad though at this time. ਬਿਲਕੁਲ ਸਹੀ definitely. ਅਮ੍ਰਿਤ ਆਪਾਂ ਜਾਣਦੇ ਹਾਂ ਕਿ ਅੱਜ ਕੱਲ੍ਹ ਕਰੋਨਾ ਦੇ ਥੋੜ੍ਹੇ ਜਿਹੇ ਜਿਹੜੀ ਰਿਸਟ੍ਰਿਕਸ਼ਨਸ ਹੈ ਉਹ ਲਿਫਟ ਹੋ ਰਹੀਆਂ ਆ ਖਾਸ ਕਰਕੇ ਕੈਨੇਡਾ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਨੰਬਰਸ ਬਹੁਤ ਵਧੀਆ ਇਸ ਵੇਲੇ ਲੱਗ ਰਿਹਾ ਸਾਡਾ ਕਰਵ BC ਦੇ ਵਿੱਚ ਘਟ ਰਿਹਾ ਆ ਸੋ ਇਹਦਾ ਮਤਲਬ ਹੈ ਕਿ ਹੁਣ ਜਿਹੜੇ ਜ਼ਿਆਦਾ ਲੋਕ ਹੈ ਜਿਹੜੇ ਹੁਣ ਕੰਮਾਂ ਨੂੰ ਵਾਪਸ ਜਾ ਰਹੇ ਆ ਸੈਪਟੈਂਬਰ ਸਕੂਲ ਨੂੰ ਵਾਪਸ ਜਾਣਗੇ ਵੀ ਉਹਨਾਂ ਨੇ ਰੋਡਸ ਤੇ ਤਾਂ ਆਉਣਾ ਹੀ ਆ ਪਬਲਿਕ ਟ੍ਰਾਂਸਪੋਰਟ ਤੋਂ ਬੱਸਾਂ ਤੋਂ ਸਕਾਈ ਟ੍ਰੇਨਸ ਤੋਂ ਹਾਲੇ ਵੀ ਲੋਕ ਡਰਦੇ ਆ ਥੋੜ੍ਹਾ ਜਿਹਾ ਕਿਉਂਕਿ ਆਪਾਂ ਜਾਣਦੇ ਆ ਵੀ ਬਾਹਲੇ ਜ਼ਿਆਦਾ ਹਜੇ ਫੇਸ ਮਾਸਕਸ ਨਹੀਂ ਪਾਉਂਦੇ ਟ੍ਰਾਂਸਲਿੰਕ ਕਹਿੰਦੇ ਵੀ ਅਸੀਂ ਹੋਰ 10,000 ਫ੍ਰੀ ਜਿਹੜੇ ਮਾਸਕਸ ਆ ਅਸੀਂ ਉਹ ਜਿੰਨੇ ਵੀ ਸਾਡੇ ਟਰੈਵਲਰਸ ਆ ਦੇਣੇ ਆ ਕਿਉਂਕਿ ਬਹੁਤ ਘੱਟ ਪਾ ਰਹੇ ਆ ਪਰ ਇੱਕ ਵੈਂਕੂਵਰ ਸਿਟੀ ਕਾਉਂਸਲਰ ਆ ਜਿਹਦਾ ਆਈਡੀਆ ਇੱਕ ਬਹੁਤ ਯੂ نو ਅੱਜ ਕੱਲ੍ਹ ਥੋੜ੍ਹਾ ਜਿਹਾ ਹੁਣ ਵਾਇਰਲ ਹੋਣ ਲੱਗਾ ਆ ਕਾਉਂਸਲਰ ਸੈਰਾ ਕਰਬੀ ਯੰਗ ਕੱਲ੍ਹ ਨੂੰ ਟਿਊਜ਼ਡੇ ਕਾਉਂਸਲ ਦੀ ਮੀਟਿੰਗ ਦੇ ਉੱਤੇ ਉਹ ਬਹਿਣ ਲੱਗੇ ਆ ਤੇ ਉਹਨਾਂ ਨੇ ਪ੍ਰਪੋਜ਼ ਕੀਤਾ ਕਿ ਜਿਹੜੇ ਸਕੂਟਰਸ ਆ ਸੋ ਜਿਹੜੀਆਂ ਨਿੱਕੀਆਂ ਜਿਹੀਆਂ ਸਕੂਟਰੀਆਂ ਆ ਵੀ ਇਹਨਾਂ ਨੂੰ ਆਪਾਂ ਇਹਦਾ ਬਾਇਲਾ ਜਿਹੜਾ ਇਹ ਪਾਸ ਕਰੀਏ ਤਾਂ ਕਿ ਲੋਕੀ ਇਹ ਸਕੂਟਰਸ ਦੇ ਉੱਤੇ ਘੁੰਮ ਫਿਰ ਸਕਣ ਸੋ ਯੂ نو ਆਪਾਂ ਜਾਣਦੇ ਆ ਕਿ ਦੁਨੀਆ ਚੇਂਜ ਹੋ ਰਹੀ ਹੈ ਬਹੁਤ ਵੱਡੇ ਪੱਧਰ ਤੇ ਪਰ ਨਾ ਐਵਰੀਵਨ ਵਾਂਟਸ ਟੂ ਸਪੈਂਡ $1,000 ਇਹਨਾਂ ਦੇ ਸਕੂਟਰੀਜ਼ ਲਗਭਗ $1,000 ਖਰਚਾ ਆਉਂਦਾ ਸੋ ਕਹਿੰਦੇ ਵੀ ਆਪਾਂ ਸ਼ੇਅਰਡ ਜਿਹੜੇ ਸਕੂਟਰਸ ਆ ਆਪਾਂ ਇੱਦਾਂ ਦਾ ਕੋਈ ਪ੍ਰੋਗਰਾਮ ਲਾਂਚ ਕਰੀਏ ਕੋਈ ਪ੍ਰਾਈਵੇਟ ਕੰਪਨੀ ਦੇ ਨਾਲ ਤੇ ਨਾਰਥ ਅਮਰੀਕਾ ਦੇ ਵਿੱਚ ਇਹ ਕਾਫੀ ਪਪੂਲਰ ਆ ਦੇਖ ਲਓ ਇਹ ਟਰਾਂਸਪੋਰਟੇਸ਼ਨ ontario ਤੇ ਮੌਂਟਰੀਅਲ ਦੇ ਵਿੱਚ ਇਹ ਐਸੈਂਸ਼ੀਅਲ ਸਰਵਿਸ ਪੈਂਡੈਮਿਕ ਦੇ ਵਿੱਚ ਇਹ ਐਲਾਨ ਕੀਤਾ ਗਿਆ ਸੀਗਾ ਸਕੂਟਰਸ ਦਾ ਯੈਸ
ਅੱਛਾ। ਸੋ ਆਬਵੀਅਸਲੀ ਕੰਪਲੇਂਟਸ ਤਾਂ ਹੁੰਦੀਆਂ ਹੈ ਕਿ ਇਹ ਪ੍ਰੋਪਰਲੀ ਲੋਕ ਚਲਾਉਂਦੇ ਨਹੀਂ, ਜਾਂ ਜ਼ਿਆਦਾ ਤੇਜ਼ ਚਲਾਉਂਦੇ ਆ, ਜੇ ਇਹ ਪਾਰਕ ਨਹੀਂ ਚੰਗੀ ਤਰ੍ਹਾਂ ਕਰਦੇ, ਬਿਲਕੁਲ, ਸਾਈਡ ਜਿੱਥੇ ਵਾਕਸ ਤੇ ਮਰਜ਼ੀ ਛੱਡ ਛੱਡ ਦਿੰਦੇ ਦਿੰਦੇ ਆ। ਆ। ਯਾ ਬਿਲਕੁਲ। ਬਟ ਬਿਕਾਜ਼ ਆਪਾਂ BC ਦੇ ਵਿੱਚ ਤੇ ਮੇਰੇ ਖਿਆਲ ਕੈਨੇਡਾ ਆਪਾਂ ਹੋਰ ਮੁਲਕਾਂ ਨਾਲ, ਹੋਰ ਪ੍ਰੋਵਿੰਸਸ ਨਾਲ ਬਹੁਤ ਪਿੱਛੇ ਰਹਿ ਜਾਂਦੇ ਕਈ ਵਾਰੀ ਟੈਕਨੋਲੋਜੀ ਦੇ ਖਾਸ ਕਰਕੇ। ਸੋ ਹੁਣ ਜਿਹੜੀ ਕਰਬੀ ਦਾ ਕਹਿਣਾ, ਕਹਿੰਦੀ ਵੀ ਮੈਨੂੰ ਲੱਗਦਾ ਵੀ ਆਪਾਂ ਜਿਹੜੇ ਉਹਨਾਂ ਦੀ ਮਿਸਟੇਕਸ ਆ, ਉਹਨਾਂ ਦੇ ਲੈਸਨਸ ਤੋਂ ਆਪਾਂ ਕੁਝ ਸਿੱਖ ਸਕਦੇ ਆ ਤੇ ਆਪਾਂ ਇਹਨੂੰ ਫਿਕਸ ਕਰ ਸਕਦੇ ਆ। ਪਾਇਲਟ ਪ੍ਰੋਗਰਾਮ ਕਰਕੇ ਦੇਖੀਏ। ਵੈਰੀ ਗੁੱਡ। ਸੋ ਵੈਨਕੂਵਰ ਸ਼ੁਰੂ ਹੋ ਰਿਹਾ। ਯੈਸ। ਸੋ ਇਹ ਹਜੇ ਇਹਨਾਂ ਨੇ ਕੱਲ੍ਹ ਕਾਉਂਸਲ ਦੇ ਉੱਤੇ ਇਹ ਜਿਹੜੀ ਆਪਣੀ ਪ੍ਰਪੋਜ਼ਲ ਇਹ ਲੈ ਕੇ ਜਾਣੀ ਆ। ਵੈਰੀ ਵੀ $1000 ਖਰੀਦਣ ਲਾਉਣ ਨਾਲੋਂ, ਇਹ ਖਰੀਦਣ ਨਾਲੋਂ ਵੀ ਆਪਾਂ ਇਹੋ ਜਿਹੇ ਕੰਪਨੀ ਤੋਂ ਖਰੀਦਦੇ ਆ। ਐਂਡ ਆਈ ਥਿੰਕ ਇਟਸ ਪ੍ਰੀਟੀ ਸੇਫ। ਜੇ ਆਪਾਂ ਦੇਖਦੇ ਆ ਵੀ ਐਸ ਲੌਂਗ ਐਜ਼ ਦੇ ਡਰਾਈਵਿੰਗ them properly, ਹੁਣ ਆਪਾਂ ਸਾਈਕਲਿਸਟ ਵੀ ਦੇਖਦੇ ਆ, ਉਹ ਵੀ ਰੋਡਸ ਦੇ ਉੱਤੇ ਘੁੰਮਦੇ ਹੁੰਦੇ ਆ। ਐਂਡ ਆਈ ਥਿੰਕ ਇਟ ਬੀ ਕੂਲ। ਕੀ ਤੁਹਾਨੂੰ ਲੱਗਦਾ ਵੀ ਤੁਸੀਂ ਕਦੀ ਚਲਾਓਗੇ? ਸੁਖੀ, I did. Have you? I did. ਅੱਛਾ। ਤੁਹਾਨੂੰ ਪਤਾ ਕਲੋਨਾ ਦੇ ਵਿੱਚ ਸਕੂਟਰ ਚੱਲਦੇ ਨੇ ਜੀ। ਕਲੋਨਾ ਦੇ ਵਿੱਚ ਇੱਕ ਵਾਰੀ ਜਦੋਂ ਮੈਂ ਗਈ, ਉੱਥੇ ਜਾ ਕੇ ਮੈਂ ਸਕੂਟਰ ਦੇਖਿਆ, ਬਿਲਕੁਲ ਨਵੀਂ ਚੀਜ਼ ਸੀ ਮੇਰੇ ਵਾਸਤੇ। ਇਹ ਸਕੂਟਰ ਹਮੇਸ਼ਾ ਪਹਿਲਾਂ ਅਸੀਂ ਛੋਟੇ ਬੱਚਿਆਂ ਨੂੰ ਤਾਂ ਚਲਾਉਂਦੇ ਹੋਏ ਵੇਖਦੇ ਹੁੰਦੇ ਸੀ ਵੀ ਇਹੋ ਜਿਹੀਆਂ ਚੀਜ਼ਾਂ ਉਹ ਚਲਾਉਂਦੇ ਹੁੰਦੇ ਨੇ, ਲੇਕਿਨ ਪਹਿਲੀ ਵਾਰੀ ਜਦੋਂ ਮੈਂ ਚਲਾਇਆ, ਇਟਸ ਫਨ। ਯੈਸ। ਐਂਡ ਇਹ ਤੁਹਾਡੀ ਆਪਣੀ ਤੁਰਨ ਦੀ ਸਪੀਡ ਨਾਲੋਂ ਬਹੁਤ ਤੇਜ਼ ਨੇ, ਤਕਰੀਬਨ ਇਹ ਕਾਫੀ ਇਹਨਾਂ ਦੀ ਚੰਗੀ ਸਪੀਡ ਹੈਗੀ ਹੈ, ਲੇਕਿਨ ਕਈ ਲੋਕ ਹੌਲੀ ਹੌਲੀ ਇਹਦੇ ਪ੍ਰੋ ਹੋ ਜਾਂਦੇ ਨੇ ਜੀ, ਡੈਫੀਨਿਟਲੀ, ਜਦੋਂ ਸੋਹਣੇ ਤਰੀਕੇ ਨਾਲ ਚਲਾਉਂਦੇ ਨੇ। ਲੇਕਿਨ ਹਾਂ, ਇੱਕ ਗੱਲ ਜ਼ਰੂਰ ਦੇਖੀ ਹੈ ਕਿ ਇਹ ਸਕੂਟਰ ਜਗ੍ਹਾ ਜਗ੍ਹਾ ਕਾਰਨਰਸ ਤੇ ਪਏ ਵੀ ਨੇ। ਇਹਨਾਂ ਨੂੰ ਫਿਕਸ ਕਰਨ ਵਾਸਤੇ, ਉਹ ਚੱਕਣ ਵਾਸਤੇ ਬਹੁਤ ਸਾਰੇ ਬਾਇਲਾ ਆਫਿਸਰਸ ਉੱਥੇ ਘੁੰਮ ਵੀ ਰਹੇ ਸੀ। ਸੋ ਇਹਦਾ ਮਤਲਬ ਕੋਈ ਅਜਿਹਾ ਤਰੀਕਾ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਜਿਹਦੇ ਨਾਲ ਕਿ ਜਾਂ ਤਾਂ ਬੰਦੇ ਤੋਂ ਪੈਸੇ ਜ਼ਿਆਦਾ ਚਾਰਜ ਕੀਤੇ ਜਾਣ ਵੀ ਜੇ ਉਹ ਕਿਤੇ ਜਗ੍ਹਾ ਛੱਡ ਜੇ, ਜਾਂ ਫਿਰ ਹੁਣ ਦੇਖੋ ਵੀ ਸਿਟੀ ਕੀ ਕਹਿੰਦੀ ਹੈ। ਪਰ ਇੱਕ ਵਧੀਆ ਤਰੀਕਾ ਜੇ ਆਪਾਂ ਗੱਲ ਕਰੀਏ, ਜਦੋਂ ਗੱਡੀਆਂ ਦਾ ਖਰਚਾ ਬਹੁਤ ਹੁੰਦਾ, ਇੰਸ਼ੋਰੈਂਸ ਹੁੰਦੀ ਹੈ, ਗੈਸ, ਇਟਸ ਬੈਡ ਫॉर द এনवायरमेंट। ਸੋ ਜਿਹੜੀ ਸਿਟੀ ਉਹ ਵੀ ਨਹੀਂ ਚਾਹੁੰਦੀ ਵੀ ਜ਼ਿਆਦੀਆਂ ਗੱਡੀਆਂ, ਆਪਾਂ ਨੂੰ ਪਤਾ ਟ੍ਰੈਫਿਕ ਵੈਂਕੂਵਰ ਖਾਸ ਕਰਕੇ ਡਾਊਨਟਾਊਨ ਦੇ ਵਿੱਚ ਕਿੰਨੀ ਹੁੰਦੀ ਹੈ। ਸੋ ਆਈ ਥਿੰਕ ਇਟ ਵਿਲ ਬੀ ਅ ਗੁੱਡ ਡਿਫਾਲਟ ਕਿ ਜੇ ਸੱਚੀ ਇਹ ਆ ਜਾਣ ਤੇ ਆਪਾਂ ਜਾਣਦੇ ਹਾਂ ਵੀ ਜਿਹੜੇ ਮਰਜ਼ੀ ਦੀ ਏਜ ਦੇ, ਖਾਸ ਕਰਕੇ ਜਿਹੜੇ ਗੋਰੇ ਲੋਕ ਆ ਸਾਡੇ, they love trying new things and I think it'll be great। ਪਰ ਇਮੈਜਿਨ ਜੇ ਸਰੀ ਦੇ ਵਿੱਚ ਇਹ ਪ੍ਰੋਗਰਾਮ ਆ ਜਾਵੇ। So I think people will love it. Yeah, I think it'll be something different। ਹਨਾ ਕਿ ਨਵਾਂ ਜਿਹੜਾ ਟ੍ਰੈਂਡ ਸ਼ੁਰੂ ਕਰਨਾ ਆ, ਇਹ ਕਿਤੇ ਨਾ ਕਿਤੇ ਸ਼ੁਰੂ ਕਰਨਾ ਪੈਂਦਾ। ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਓਨਟਾਰੀਓ ਦੇ ਵਿੱਚ ਤੇ ਮੌਂਟਰੀਅਲ ਦੇ ਵਿੱਚ ਇਹ ਬਹੁਤ ਜ਼ਿਆਦਾ ਪਪੂਲਰ ਤੇ ਐਸੈਂਸ਼ੀਅਲ ਸਰਵਿਸ ਇਹਨੂੰ ਮੰਨਿਆ ਗਿਆ। ਬਿਲਕੁਲ। ਔਰ ਜਿਹੜੇ ਆਪਣੇ ਇੱਥੇ ਬਹੁਤ ਸਾਰੇ ਤੁਸੀਂ ਦੇਖੇ ਨੇ ਕਿ ਲੋਕ ਜਿਹੜੇ ਨੇ ਅੱਜ ਕੱਲ ਇੰਡੀਆ ਵਰਗੇ ਸਕੂਟਰਸ ਵੀ ਇੱਥੇ ਭਜਾਈ ਫਿਰਦੇ। ਯੈਸ। ਐਂਡ ਇੰਡੀਆ ਵਾਲੇ ਟਰੈਕਟਰ ਸਾਡੇ ਕੋਲ ਇੱਥੇ ਆ ਗਿਆ, ਸਕੂਟਰ ਤਾਂ ਇੱਕ ਪਾਸੇ ਆ। ਬਿਲਕੁਲ। ਸੋ ਇੰਡੀਆ ਵਰਗੇ ਜਿਹੜੇ ਸਕੂਟਰ, ਬਜਾਜ ਵਰਗੇ ਜੇ ਇੱਥੇ ਘੁੰਮ ਰਹੇ ਨੇ, ਤਾਂ ਫਿਰ ਇਹੋ ਜਿਹੇ ਸਕੂਟਰ ਆਣਗੇ ਤਾਂ ਆਈ ਥਿੰਕ ਲੋਕ ਜ਼ਿਆਦਾ ਪਸੰਦ ਕਰਨਗੇ। So what else do you have, Amrit? ਹੋਰ ਸਾਨੂੰ ਥੋੜਾ ਜਿਹਾ ਦੱਸੋ ਦੁਨੀਆ ਦੀ ਥੋੜੀ ਜਿਹੀ ਨਵੀਂ ਤਾਜ਼ੀ। ਹੁਣ ਇਸ ਵੀਕ ਜੁਲਾਈ 6 ਨੂੰ ਇੱਕ ਜਿਹੜੀ ਹੁਣ ਵੈਸੇ ਤਾਂ ਮਈ ਦੇ ਵਿੱਚ ਅਨਾਉਂਸਮੈਂਟ ਕੀਤੀ ਗਈ ਸੀ, ਲੇਕਿਨ ਹੁਣ ਯਾਦ ਹੋਏਗਾ ਕਿ ਮਿਸਟਰ ਜਸਟਿਨ ਟਰੂਡੋ ਨੇ ਇਹ ਕਿਹਾ ਸੀਗਾ ਕਿ ਜਿਹੜੇ ਸਾਡੇ ਸੀਨੀਅਰਸ ਨੇ ਉਹਨਾਂ ਨੂੰ ਅਸੀਂ ਪੈਂਡੈਮਿਕ ਦੇ ਦੌਰਾਨ, ਜਿਵੇਂ ਅਸੀਂ CERB ਦਿੱਤੀ ਹੈ, ਬਾਕੀ ਸਟੂਡੈਂਟਸ ਨੂੰ ਦਿੱਤਾ, ਉਹਨਾਂ ਨੂੰ ਵੀ ਅਸੀਂ ਐਕਸਟਰਾ ਪੈਸੇ ਦੇਵਾਂਗੇ, ਉਹ ਇਸ ਵੀਕ ਮਿਲਣੇ ਆ। ਓਕੇ, ਗ੍ਰੇਟ। ਸੋ ਜਿੰਨੇ ਵੀ ਸਾਡੇ ਸੀਨੀਅਰਸ ਇਹ ਪ੍ਰੋਗਰਾਮ ਦੇਖ ਰਹੇ ਨੇ, ਹੁਣ ਜਦੋਂ ਤੁਹਾਡੀ ਚੈੱਕ ਆਏਗੀ, ਇਸ ਵਾਰੀ ਮੋਟੀ ਚੈੱਕ ਆਉਣੀ। ਐਕਚੁਅਲੀ ਕਲਾਈਮੇਟ ਟੈਕਸ ਦੀ ਵੀ ਜਿਹੜੀ ਚੈੱਕ ਹੈ ਉਹ ਪਿਛਲੀ ਵੀਕ ਵੀ ਇਸ਼ੂ ਕੀਤੀ ਗਈ ਆ। ਸੋ ਆਪਣੇ ਜਿਹੜਾ ਅਕਾਊਂਟ ਸਾਰੇ ਜਾਣੇ ਚੈੱਕ ਕਰੋ, ਉਹਦੇ ਵਿੱਚ ਵੀ ਤੁਹਾਨੂੰ ਐਕਸਟਰਾ ਰਕਮ ਥੋੜੀ ਜਿਹੀ ਮਿਲੀ ਹੈ, ਵਿਚ ਇਜ਼ ਗ੍ਰੇਟ। ਕਿਉਂਕਿ ਆਪਾਂ ਜਾਣਦੇ ਆ ਵੀ ਆਬਵੀਅਸਲੀ ਪੈਂਡੈਮਿਕ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਮੁੱਕਣ 'ਚ ਨਹੀਂ ਆ ਰਿਹਾ। ਸੋ ਇੱਥੇ ਹੁਣ ਜਿਹੜੀ CERB ਆ ਉਹ ਵੀ ਐਕਸਟੈਂਡ ਕੀਤੀ ਗਈ ਆ, ਐਂਡ ਜਿਹੜੇ ਸਟੂਡੈਂਟਸ ਵਾਸਤੇ ਜਿਹੜੇ ਲੋਨਸ ਆ ਉਹ ਵੀ ਐਕਸਟੈਂਡ ਕੀਤੇ ਗਏ ਆ। ਸੋ ਵਿਚ ਇਜ਼ ਅ ਗੁੱਡ ਥਿੰਗ ਕਿ at least during the pandemic ਆਪਣੇ ਜਿਹੜੇ ਸਿਟੀਜ਼ਨਸ ਆ, ਜਿਹੜੇ ਇੱਥੇ ਰਹਿਣ ਵਾਲੇ PR, ਉਹਨਾਂ ਨੂੰ ਵੀ people are definitely getting that extra boost that they need during these times। ਸੋ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਨਾ ਡਿਜ਼ਾਈਨ ਕੀਤਾ ਗਿਆ। ਇੱਕ ਆਪਣੇ ਦੋ ਤਰ੍ਹਾਂ ਦੀ ਪੈਨਸ਼ਨ ਹੁੰਦੀ ਹੈ ਕੈਨੇਡਾ ਵਿੱਚ। ਇੱਕ ਤਾਂ ਹੁੰਦੀ ਹੈ OAS, ਓਲਡ ਏਜ ਸਿਕਿਉਰਿਟੀ, ਜਿਹੜੀ ਕਿ ਹਰੇਕ ਨੂੰ ਮਿਲਣੀ। ਜੀ। ਓਲਡ ਏਜ ਸਿਕਿਉਰਿਟੀ ਦੇ ਨਾਲ $300 ਜਿਹੜਾ ਉਹ ਐਕਸਟਰਾ ਮਿਲੇਗਾ। ਜੇ ਕਿਸੇ ਨੂੰ $1000 ਦੇ ਨੇੜੇ, ਤਕਰੀਬਨ ਜਾਂ ਇਹ ਲਗਾ ਲਓ ਵੀ $700 ਦੇ ਨੇੜੇ OAS ਆਉਂਦੀ ਹੈ, ਉਹਨੂੰ ਇਸ ਵਾਰੀ $1000 ਜਿਹੜਾ ਉਹ ਮਿਲੇਗਾ। ਦੂਸਰੀ ਵੱਡੀ ਗੱਲ, CERB ਜਿਹੜੀ ਹੈ ਉਹ ਟੈਕਸੇਬਲ ਹੈ ਜੀ। ਇਹ $300 ਨਾਨ ਟੈਕਸੇਬਲ। ਔਰ ਉਸ ਤੋਂ ਬਾਅਦ ਦੂਸਰੀ ਆਪਣੀ ਇੱਥੇ ਜਿਹੜੀ ਪੈਨਸ਼ਨ ਹੁੰਦੀ ਹੈ ਨਾ, ਉਹ ਹੈਗੀ ਹੈ ਸਪਲੀਮੈਂਟ ਜੀ। ਸਪਲੀਮੈਂਟ ਕਹਿੰਦੇ ਆ, ਜਿਵੇਂ ਆਪਾਂ ਕਿਸੇ ਵੱਡੀ ਕੰਪਨੀ ਲਈ ਕੰਮ ਕੀਤਾ, ਸਾਨੂੰ ਉਧਰੋਂ ਪੈਨਸ਼ਨ ਆਉਂਦੀ ਹੈ, ਸਾਡੀ ਇਨਕਮ ਠੀਕ ਹੈ,
ਸਪਲੀਮੈਂਟ ਹੁੰਦਾ ਵੀ ਜਿਹੜੇ ਬਜ਼ੁਰਗਾਂ ਨੇ ਬਹੁਤ ਵਾਰੀ ਇੱਥੇ ਕੰਮ ਹੀ ਨਹੀਂ ਕੀਤਾ ਉਹਨਾਂ ਦੀ ਪੈਨਸ਼ਨ ਬਹੁਤ ਥੋੜੀ ਹੁੰਦੀ ਹੈ, ਗੁਜ਼ਾਰਾ ਕਰਨਾ ਔਖਾ ਹੈ। ਜਦੋਂ ਗੁਜ਼ਾਰਾ ਕਰਨਾ ਔਖਾ ਹੋ ਜਾਂਦਾ ਨਾ ਉਸ ਵਕਤ ਫਿਰ ਉਹ ਸਪਲੀਮੈਂਟ ਵਾਸਤੇ ਅਪਲਾਈ ਕਰ ਸਕਦੇ ਆ ਵੀ ਸਾਡੀ ਇਨਕਮ ਘੱਟ ਹੈ, ਫਿਰ ਉਹਨਾਂ ਨੂੰ ਐਕਸਟਰਾ ਪੈਸੇ ਜਿਹੜੇ ਆ ਸਰਕਾਰ ਦਿੰਦੀ ਹੈ। ਜਿਹੜੇ ਸਪਲੀਮੈਂਟ ਲੈਂਦੇ ਨੇ ਉਹਨਾਂ ਨੂੰ ਵੀ $200 ਐਕਸਟਰਾ ਹੋਰ ਆ ਰਿਹਾ। ਸੋ ਜਿਹੜੇ ਦੋਨੋਂ ਚੀਜ਼ਾਂ ਲੈ ਰਹੇ ਨੇ ਉਹਨਾਂ ਨੂੰ $500 ਐਕਸਟਰਾ। ਐਂਡ ਯੂ ਨੋ ਲੱਗਦਾ ਤਾਂ ਬਹੁਤ ਵੱਡੀ ਚੀਜ਼ ਹੈ ਵੀ $500 ਵਾਓ, ਪਰ ਜੇ ਆਪਾਂ ਹੁਣ ਖਰਚੇ ਵੀ ਦੇਖੀਏ ਪੈਂਡੈਮਿਕ ਦਾ ਕਰਕੇ ਸੀਨੀਅਰਸ ਨੂੰ ਬਹੁਤ ਜ਼ਿਆਦਾ ਜਿਹੜੀ ਆਈ ਥਿੰਕ ਹੈਡੇਕ ਹੈ ਬਿਕਾਜ਼ ਦੇ ਆਰ ਔਨ देयर ਓਨ। ਇੱਕ ਤਾਂ ਯੂ ਨੋ ਕਿਤੇ ਟ੍ਰਾਂਸਿਟ ਦੇ ਵਿੱਚ ਨਹੀਂ ਹੋ ਜਾ ਰਹੇ, ਉਹਨਾਂ ਨੂੰ ਟੈਕਸੀ ਕਰਕੇ ਲੈ ਕੇ ਜਾਣੀ ਪੈਂਦੀ ਤੇ ਆਪਾਂ ਜਾਣਦੇ ਹਾਂ ਹਾਊ ਐਕਸਪੈਂਸਿਵ ਦੈਟ ਇਜ਼। ਫਿਰ ਉਤੋਂ ਦੀ ਜਿਹੜੀ ਉਹਨਾਂ ਨੇ ਕੋਈ ਵੀ ਆਪਣੀ ਪ੍ਰਿਸਕ੍ਰਿਪਸ਼ਨ ਜਾਂ ਡਿਲੀਵਰੀ ਕਰਾਉਣੀ ਆ ਜਾਂ ਗਰੋਸਰੀ ਡਿਲੀਵਰ ਕਰਾਉਣੀ ਆ ਘਰਾਂ ਨੂੰ, ਉਹ ਵੀ ਐਕਸਟਰਾ ਖਰਚਾ ਆ। ਸੋ $500 ਇਜ਼ਨ ਅ ਲੌਂਗ ਵੇ ਜੇ ਆਪਾਂ ਸੋਚੀਏ ਵੀ ਇੱਕ ਮਹੀਨੇ ਦੇ ਵਿੱਚ 30 ਦਿਨ ਹੁੰਦੇ ਆ। That's right, $500 and it's a one-time payment. Yes, definitely. ਇਹ CERB ਨਹੀਂ ਹੈ ਵੀ ਹਰ ਮਹੀਨੇ 500 ਨਵਾਂ ਮਿਲ ਜਾਣਾ। ਇਹ ਸਿਰਫ one-time payment ਹੈ ਔਰ 500 ਦੇ ਵਿੱਚ I can definitely understand ਕਿ ਇਹ ਬਹੁਤ ਜ਼ਿਆਦਾ ਨਹੀਂ, ਬਟ ਸੁਖੀ ਅੱਜ ਸਮਾਂ ਇਹ ਚੱਲ ਰਿਹਾ ਵੀ something is better than nothing. Yes, definitely. ਹੈ ਨਾ? ਜਦੋਂ ਅਸੀਂ ਪਹਿਲਾਂ ਬਜ਼ੁਰਗਾਂ ਦੇ ਕੋਲ ਗਏ ਸੀ ਇੱਕ ਵਾਰੀ, ਅਸੀਂ ਉਹਨਾਂ ਨਾਲ ਜਾ ਕੇ ਗੱਲਾਂ ਕੀਤੀਆਂ ਵੀ ਤੁਸੀਂ ਇਹ 500 ਨੂੰ ਕੀ ਕਰੋਗੇ। ਉਹ ਕਹਿੰਦੇ ਜੀ ਜਿਹੜੇ ਤਾਂ ਅਸੀਂ ਆਪਣੇ ਬੱਚਿਆਂ ਦੀ ਬੇਸਮੈਂਟ ਦੇ ਵਿੱਚ ਰਹਿੰਦੇ ਆ, ਅਸੀਂ ਆਪਣੇ ਦੋਤੇ ਪੋਤਿਆਂ ਨੂੰ $20 ਦੇਵਾਂਗੇ। That is so cute. That is, it's really cute. Yeah. ਫਿਰ ਕਈਆਂ ਨੇ ਕਿਹਾ ਕਿ ਅਸੀਂ ਆਪਣੀਆਂ ਦਵਾਈਆਂ ਜਿਹੜੀਆਂ ਨੇ ਉਹ ਲੈ ਕੇ ਆਉਨੇ ਆ। ਕਈ ਵਾਰੀ ਅਸੀਂ ਜਿਵੇਂ ਵਿਟਾਮਿਨ ਵਗੈਰਾ ਲਿਆਉਣ ਚ ਕਿਰਸ ਕਰ ਲੈਂਦੇ ਆ। ਆਹ ਵਰਡ ਉਹਨਾਂ ਨੇ ਯੂਜ਼ ਕੀਤਾ ਸੀ, ਕਹਿੰਦੇ ਕਈ ਵਾਰੀ ਅਸੀਂ ਨਾ ਚੀਜ਼ਾਂ ਲਿਆਉਣ ਚ ਕਿਰਸ ਕਰ ਲੈਂਦੇ ਆ, ਇਸ ਵਾਰੀ ਲਿਆਵਾਂਗੇ। Wow. That is so cute. And ਸਭ ਤੋਂ ਵੱਡੀ ਗੱਲ I still remember that ਇੱਕ ਬਜ਼ੁਰਗ ਨੇ ਇੱਥੋਂ ਤੱਕ ਗੱਲ ਕੀਤੀ ਸੀ, ਉਹ ਕਹਿੰਦੇ ਜਿਉਂਦਾ ਰਹੇ ਜਸਟਨ ਟਰੂਡੋ ਜਿਹਨੇ ਸਾਨੂੰ $500 ਐਕਸਟਰਾ ਦਿੱਤੇ। You know, it's amazing ਕਿ ਟਰੂਡੋ ਦੀ ਜ਼ਬਾਨਾਂ ਤੇ ਯੂ نو ਹਰੇਕ ਦੇ ਜ਼ਬਾਨ ਤੇ ਟਰੂਡੋ ਦਾ ਨਾਂ ਆ। ਯੂ نو ਕੈਨੇਡਾ ਦੇ ਵਿੱਚ ਸਾਨੂੰ ਬੜਾ ਮਾਣ ਆ ਕਿ the way he's handled it honestly between him and Dr. Bonnie Henry. ਬਿਲਕੁਲ ਠੀਕ ਹੈ। Yes, ਕਿਉਂਕਿ ਮੇਰਾ ਖਿਆਲ ਜਿਹੜਾ ਹੈ ਨਾ ਰੋਜ਼ ਇਨਫੋਰਮਡ ਰਹਿਣਾ, ਰੋਜ਼ ਅਪਡੇਟਸ ਦੇਣੀਆਂ, ਜਿਹੜੇ ਇੱਥੇ ਰਹਿ ਰਹੇ ਆ ਵੀ ਇੰਨੇ ਸਾਡੇ ਕੇਸਿਸ ਹੈ, ਅਸੀਂ ਆ ਕਰ ਰਹੇ ਹਾਂ, ਤੇ ਉਹਨਾਂ ਨੇ ਸਾਰੇ ਹੀ ਖੇਤਰਾਂ ਦੇ ਵਿੱਚ they handled everyone from you know employers to employees, ਜਿਹੜੇ frontline workers ਜਾਂ students ਜਾਂ seniors, children, schools ਤੱਕ you know ਕੱਲੀ ਚੀਜ਼ ਤੁਸੀਂ ਇਮੈਜਿਨ ਕਰ ਸਕਦੇ ਵੀ ਕਿੰਨਾ ਕੰਮ ਜਾਂਦਾ ਹੋਣਾ ਰੋਜ਼ ਸਵੇਰ ਨੂੰ ਜਦੋਂ ਇਹਨਾਂ ਦੀ ਮੀਟਿੰਗਸ ਹੁੰਦੀਆਂ, ਜਦੋਂ ਟੇਬਲ ਤੇ ਬਹਿੰਦੇ ਆ, you know ਪ੍ਰਾਈਮ ਮਿਨਿਸਟਰ ਬਹਿੰਦਾ ਆ, ਉਹਨਾਂ ਦੀ ਜਿਹੜੀ ਟੀਮ ਪੂਰੀ ਨਾਲ ਬਹਿੰਦੀ, ਨੰਬਰਸ ਵੇਖਦੇ ਆ, ਕਲੈਕਟ ਕਰਦੇ ਆ ਵੀ how much work goes into it. ਬਹੁਤ ਜ਼ਿਆਦਾ ਕੰਮ ਹੋਣਾ। ਔਰ ਸਭ ਤੋਂ ਵੱਡੀ ਗੱਲ ਹੈ ਕੈਨੇਡੀਅਨਸ ਦੀ ਨਾ ਸਾਡੀ ਇਮੇਜ ਬਣੀ ਹੋਈ ਹੈ cool Canadians, right? ਹੈ ਨਾ? Yes. ਉਹ ਆਪਣਾ ਉਹ ਚੀਨ ਵਾਲਾ ਕੰਮ ਨਹੀਂ ਜਾਂ ਤੂੰ ਮੇਰੇ ਚ ਵੱਜੀ ਜਾਂ ਮੈਂ ਤੇਰੇ ਚ ਵੱਜੂ, ਰਾਈਟ? ਆਪਣਾ ਉਹ ਕੰਮ ਨਹੀਂ ਹੈਗਾ। ਸਾਡੀ ਕੋਲੈਬੋਰੇਸ਼ਨ ਬਹੁਤ ਹੈ, ਬਹੁਤ ਸੋਹਣੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਹੈਗਾ ਸਾਡੀ ਸਰਕਾਰ ਨੇ ਹੈਂਡਲ ਕੀਤਾ। ਐਂਡ ਜਿਸ ਹਿਸਾਬ ਨਾਲ ਨੰਬਰ ਵੱਧ ਰਹੇ ਨੇ, ਰੱਬ ਨਾ ਕਰੇ ਹੈ ਨਾ, ਜੇ ਇੱਥੇ ਵੱਧ ਜਾਂਦੇ, ਸਾਡੇ ਕੋਲ ਤਾਂ ਪਹਿਲਾਂ ਹੀ ਪਾਪੂਲੇਸ਼ਨ ਹੈ ਨਹੀਂ ਗੀ ਜੀ। ਬਿਲਕੁਲ, ਸਾਡੇ ਕੋਲ ਤਾਂ ਓਨੀ ਟੋਟਲ ਪਾਪੂਲੇਸ਼ਨ ਹੈ ਜਿੰਨੀ ਪੂਰੇ ਦੇ ਪੂਰੇ ਕੈਲੀਫੋਰਨੀਆ ਚ ਇਕੱਲੇ ਚ। ਕੈਲੀਫੋਰਨੀਆ ਇੱਕ ਸਟੇਟ ਹੈ, ਬਾਕੀ ਉਹਨਾਂ ਦੀਆਂ ਕਿੰਨੀਆਂ ਪਈਆਂ ਨੇ। ਯੈਸ, ਡੈਫੀਨਿਟਲੀ। ਸੋ ਇਸ ਕਰਕੇ ਸਾਡੇ ਕੋਲ ਤਾਂ ਪਹਿਲਾਂ ਹੀ ਪਾਪੂਲੇਸ਼ਨ ਹੈ ਨਹੀਂ ਸੀ, ਸੋ ਅਸੀਂ ਕੋਈ ਵੀ ਚਾਂਸ ਲੈ ਨਹੀਂ ਸਕਦੇ ਸੀ। ਜੀ ਬਿਲਕੁਲ। Amrit, thank you so much for today's show. Very informative. You know, ਜਿਹੜੇ ਕਰੋਨਾ ਦਾ ਕਰਕੇ ਮੇਰੇ ਖਿਆਲ ਜਿਹੜੀ ਵੀਕਲੀ ਅਪਡੇਟ ਹੈ ਮੰਡੇਜ਼ ਤੇ ਜ਼ਰੂਰੀ ਹੁੰਦੀ ਹੈ। Hopefully we'll see the numbers decrease. That's right. ਥੋੜਾ ਜਿਹਾ ਮੈਂ ਅੱਜ ਤੁਹਾਨੂੰ ਵੀ ਦੱਸਣਾ ਚਾਹੁੰਦੀ ਹਾਂ ਤੇ ਜਿੰਨੇ ਵੀ ਸਾਡਾ ਦਰਸ਼ਕ ਜੁੜੇ ਆ ਵੀ ਕੱਲ ਨੂੰ ਜਿਹੜਾ ਪ੍ਰੋਗਰਾਮ ਹੈ ਸਾਡਾ ਜਿਹੜਾ ਸੈਕੰਡ ਸੈਗਮੈਂਟ ਆ, ਕਾਫੀ you know it's going to be something you don't want to miss. ਖਾਸ ਹੋਣਾ ਆ ਕੋਰ ਮੂਵਮੈਂਟ। ਤੁਸੀਂ ਜਾਣਦੇ ਹੋਣੇ ਇਹਨਾਂ ਦੇ ਕਾਫੀ ਜਿਹੜੇ ਪੇਜਸ ਆ, ਖਾਸ ਕਰਕੇ ਇੰਸਟਾਗ੍ਰਾਮ ਦੇ ਉੱਤੇ ਅਸੀਂ ਪਿਛਲੇ ਦਿਨੀ ਦੇਖੇ ਆ ਜਿਹੜੀਆਂ ਕੁੜੀਆਂ ਖਾਸ ਕਰਕੇ ਸੈਕਸ਼ੂਅਲੀ ਅਬਿਊਜ਼ ਹੁੰਦੀਆਂ ਆ। ਐਂਡ ਅਬਿਊਜ਼ਡ ਕਿੱਥੋਂ with who ਜਿਹੜੇ ਅਥਾਰਟੀ ਫਿਗਰਸ ਉਹਨਾਂ ਦੇ ਲਾਈਫ ਦੇ ਵਿੱਚ ਹੁੰਦੇ ਆ, ਭਾਵੇਂ ਉਹਨਾਂ ਦੇ ਡੈਡਸ ਜਾਂ ਅੰਕਲਸ ਜਾਂ ਬ੍ਰਦਰਸ ਜਾਂ ਕਜ਼ਨਸ ਜਾਂ ਜਿਹਦੇ ਕੋਲ ਕਈ ਵਾਰੀ ਮਾਪੇ ਛੱਡ ਜਾਂਦੇ ਆ ਵੀ ਇਹਨਾਂ ਨੇ ਸਾਡੇ ਬੱਚਿਆਂ ਨੂੰ ਸੰਭਾਲਣਾ ਆ। ਸੋ ਬਹੁਤ ਜ਼ਿਆਦਾ ਉਹਨਾਂ ਦੇ ਪੇਜਸ ਉੱਤੇ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਗਰਲਸ ਨੇ ਦੱਸਿਆ ਹੋਇਆ ਵੀ ਸਾਡੇ ਨਾਲ ਆ ਹੋਇਆ, ਸਾਡੇ ਨਾਲ ਆ ਹੋਇਆ ਬਚਪਨ ਦੇ ਵਿੱਚ, ਕਿੱਦਾਂ ਸਾਨੂੰ ਇਫੈਕਟ ਹੋਇਆ, ਕਿੱਦਾਂ ਸਾਡੇ ਤੇ ਕੋਈ ਯਕੀਨ ਨਹੀਂ ਕਰਦਾ, ਅਸੀਂ ਕੁਛ ਕਰ ਨਹੀਂ ਸਕੇ। ਪਿਛਲੇ ਦਿਨੀ ਅਸੀਂ ਜਾਣਦੇ ਹਾਂ ਕਿ ਇੱਕ ਬਹੁਤ ਵੱਡੀ ਜਿਹੜੀ ਯੂ ਨੋ ਪੰਜਾਬੀ ਗਾਇਕ ਆ ਦਿਲਪ੍ਰੀਤ ਢਿੱਲੋਂ, ਉਹਦੀ ਵਾਈਫ ਜਿਹੜੀ ਐਂਬਰ, ਉਹ ਵੀ ਉੱਤੇ ਆਈ, ਉਹ ਆਪਣੇ ਅਬਿਊਜ਼ ਬਾਰੇ ਦੱਸਦੀ ਸੀਗੀ ਕਿ ਮੇਰੇ ਨਾਲ ਇੱਦਾਂ ਹੋਇਆ। ਸੋ ਇੱਕ ਬਹੁਤ ਵਧੀਆ ਪਲੇਟਫਾਰਮ ਇਸ ਕੁੜੀ ਨੇ, ਪ੍ਰੀਤ ਹੈ ਇਹਦਾ ਨਾ, ਜਿਹਨੇ ਇਹ ਪਲੇਟਫਾਰਮ ਡਿਜ਼ਾਈਨ ਕੀਤਾ ਆ, ਜਿਹਦੇ 'ਤੇ ਬਹੁਤ ਜ਼ਿਆਦਾ ਲੋਕ ਸਾਹਮਣੇ ਆ ਰਿਹਾ, ਖਾਸ ਕਰਕੇ ਜਿਹੜੀਆਂ ਕੁੜੀਆਂ ਆ
ਤੇ ਪਿਛਲੇ ਦਿਨ ਇੱਕ ਹੋਰ ਪਪੂਲਰ ਵੀਡੀਓ ਡਾਇਰੈਕਟਰ ਆ ਜੋ ਕਿ ਇੱਥੇ ਵੈਂਕੂਵਰ ਦੇ ਆ ਤੇ ਉਹਨਾਂ ਦੇ ਉੱਤੇ ਕਾਫੀ ਇਲਜ਼ਾਮ ਆਇਆ ਜਿਹੜੇ ਮਾਡਲਸ ਆ ਕਹਿ ਰਹੇ ਵੀ ਸਾਡੇ ਨਾਲ ਵੀ ਆ ਕੁਛ ਹੋਇਆ ਆ you know trying to sway us into doing you know free movies for favors or free videos for favors so ਉਹਦੇ ਬਾਰੇ ਥੋੜੀ ਜਿਹੀ ਉਹ ਗੱਲਬਾਤ ਕਰਨ ਆਉਣਗੇ ਇੱਥੇ ਸਟੂਡੀਓ ਦੇ ਵਿੱਚ ਕਾਫੀ ਸਾਨੂੰ ਮੈਸੇजेस ਆਇਆ ਵੀ ਤੁਸੀਂ ਇਹ ਜਿਹੜਾ ਹੋ ਰਿਹਾ ਆ ਤੁਸੀਂ ਇਹ ਕਿਉਂ ਨਹੀਂ ਹਾਈਲਾਈਟ ਕਰ ਰਹੇ ਸੋ ਕੱਲ੍ਹ ਪ੍ਰੀਤ ਸਾਡੇ ਸਟੂਡੀਓ ਪਹੁੰਚ ਰਹੀ ਆ ਵੈਰੀ ਗੁੱਡ ਸੋ ਕਾਫੀ ਉਹਨਾਂ ਦੇ ਜਿਹੜੇ ਫਾਲੋਅਰਸ ਆ they will glad to know she will be in the studio I look forward to talking to her and you know it's a subject ਜਿਹੜੀ ਬਹੁਤ ਜ਼ਿਆਦਾ ਮੇਰੇ ਖਿਆਲ you know ਸਾਡੀ ਕਮਿਊਨਿਟੀ ਦੇ ਵਿੱਚ ਅਸੀਂ ਨਹੀਂ ਇਹਦੇ ਬਾਰੇ ਗੱਲਬਾਤ ਕਰਦੇ ਸੈਕਸ਼ੂਅਲ ਅਬਿਊਜ਼ ਦੀ ਤੇ ਹੋਣੀ ਵੀ ਚਾਹੀਦੀ ਆ ਸੋ ਉਹ ਕੱਲ੍ਹ ਸਟੂਡੀਓ ਪਹੁੰਚ ਰਿਹਾ that is perfect yes and I'm looking forward to watch this episode yeah yes. Great so again thank you as always Amrit ਕੱਲ੍ਹ ਆਪਾਂ ਮਿਲਦੇ ਇੱਕ ਨਵਾਂ ਐਪੀਸੋਡ ਲੈ ਕੇ ਬਿਲਕੁਲ ਠੀਕ ਹੈ ਜੀ ਥੈਂਕ ਯੂ ਸੋ ਮਚ ਸੁਖੀ ਐਂਡ ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ ਉਮੀਦ ਕਰਦੀ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ ਕੱਲ੍ਹ ਨੂੰ ਤੁਹਾਡੇ ਵਾਸਤੇ ਇੱਕ ਨਵਾਂ ਐਪੀਸੋਡ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਸੋ ਕੱਲ੍ਹ ਨੂੰ ਤੁਹਾਡੀ ਆਪਣੀ ਸੁਖੀ ਵੱਲੋਂ ਐਂਡ ਅੰਮ੍ਰਿਤ ਵੱਲੋਂ ਤੁਹਾਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ